ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਬੇਅੰਤ ਪਿਆਰ ਭਾਵਨਾ ਵਾਲੀਆਂ ਸੰਗਤਾਂ ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ ਆ ਕੇ ਸਤਿਗੁਰੂ ਜੀ ਤੋਂ ਬਖਸ਼ਿਸ਼ਾਂ ਪ੍ਰਾਪਤ ਕਰ ਰਹੀਆਂ ਨੇ। ਜੋ ਜੈਸੀ ਭਾਵਨਾ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਆਉਂਦਾ ਹੈ, ਵੈਸੀ ਹੀ ਭਾਵਨਾ ਦਾ ਫਲ ਉਸ ਜੀਵ ਨੂੰ ਪ੍ਰਾਪਤ ਹੁੰਦਾ ਹੈ। ਅਸੀਂ ਜਿਸ ਤਰ੍ਹਾਂ ਦੀ ਭਾਵਨਾ ਰੱਖ ਕੇ ਗੁਰੂ ਪਾਤਸ਼ਾਹ ਦੇ ਦਰ ਤੇ ਆਵਾਂਗੇ, ਉਸੇ ਤਰ੍ਹਾਂ ਦਾ ਹੀ ਫਲ ਸਾਨੂੰ ਪ੍ਰਾਪਤ ਹੋਣਾ ਹੈ, ਕਿਉਂਕਿ ਜੈਸਾ ਬੀਜ ਹੋਏਗਾ ਫਲ ਵੀ ਤੈਸਾ ਹੀ ਹੋਏਗਾ। ਜੇ ਅਸੀਂ ਭਾਵਨਾ ਮਾੜੀ ਰੱਖੀ ਹੈ ਤੇ ਚੰਗੇ ਫਲ ਦੀ ਆਸ ਰੱਖਦੇ ਹਾਂ, ਇਹ ਨਹੀਂ ਹੋ ਸਕਦਾ। ਚੰਗੀ ਭਾਵਨਾ ਬਣਾ ਕੇ ਆਏ ਹਾਂ ਤੇ ਫਲ ਮਾੜਾ ਮਿਲਿਆ, ਇਹ ਵੀ ਨਹੀਂ ਹੋ ਸਕਦਾ। ਜੈਸਾ ਬੀਜ ਹੋਏਗਾ ਫਲ ਤੈਸਾ ਹੀ ਪ੍ਰਾਪਤ ਹੁੰਦਾ ਹੈ। ਤੋ ਜਿਸ ਭਾਵਨਾ ਦੇ ਨਾਲ ਸਤਿਗੁਰੂ ਜੀ ਦੇ ਦਰ ਤੇ ਸੇਵਾ ਹੋ ਰਹੀ ਹੈ, ਸਤਿਗੁਰੂ ਜੀ ਕਈਆਂ ਨੂੰ ਸਿਰਪਾਓ ਬਖਸ਼ਿਸ਼ ਦੇ ਕੇ ਵੀ ਨਿਵਾਜ ਰਹੇ ਨੇ। ਅਗਲੇਰੇ ਇਤਿਹਾਸ ਦੇ ਵਿੱਚ ਕਵੀ ਜੀ ਜੋ ਜ਼ਿਕਰ ਕਰਦੇ ਨੇ, ਬੜੇ ਪਿਆਰ ਸਤਿਕਾਰ ਨਾਲ ਸਰਵਨ ਕਰੋ ਜੀ। ਸਤਨਾਮ ਕੋ ਸਿਮਰਬੋ ਪਸਰਿਓ ਜਗ ਸਾਰੇ। ਕਵੀ ਜੀ ਆਖ ਰਹੇ ਨੇ ਕਿ ਇਹ ਉਹ ਘਰ ਹੈ ਜਿੱਥੇ ਨਿਮਾਣੀਆਂ ਨੂੰ ਮਾਣ ਮਿਲਦਾ ਹੈ, ਜਿੱਥੇ ਨਿਤਾਣੀਆਂ ਨੂੰ ਤਾਣ ਮਿਲਦਾ ਹੈ, ਜਿੱਥੇ ਨੇ ਓਟਿਆਂ ਨੂੰ ਓਟ ਮਿਲਦੀ ਹੈ ਔਰ ਨੇ ਆਸਰਿਆਂ ਨੂੰ ਆਸਰਾ ਮਿਲਦਾ ਹੈ। ਸਤਿਗੁਰੂ ਜੀ ਨਿਮਾਣੀਆਂ ਨੂੰ ਮਾਣ ਦੇਣ ਵਾਲੇ ਨੇ, ਨਿਤਾਣੀਆਂ ਨੂੰ ਤਾਣ ਬਖਸ਼ਣ ਵਾਲੇ ਨੇ। ਤੇ ਜਿਹੜਾ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਆ ਕੇ ਸਤਨਾਮ ਕੋ ਸਿਮਰਬੋ, ਜਿਹੜਾ ਸੱਚੇ ਨਾਮ ਦਾ ਸਿਮਰਨ ਕਰਦਾ ਹੈ, ਸੱਚੀ ਬਾਣੀ ਦੇ ਰਾਹੀਂ ਸੱਚੇ ਨਾਮ ਦਾ ਅਭਿਆਸ ਕਰਦਾ ਹੈ, ਉਹਦਾ ਜਸ ਫਿਰ ਸਾਰੇ ਸੰਸਾਰ ਦੇ ਵਿੱਚ ਹੁੰਦਾ ਹੈ। ਉਹਦੀ ਉਸਤਤ ਸੰਸਾਰ ਦੇ ਵਿੱਚ ਹੁੰਦੀ ਹੈ। ਭਗਤ ਕਰਹਿ ਮਿਲ ਸੰਗਤਾ ਗੁਰ ਸੋ ਜਸ ਉਚਾਰੇ। ਗੁਰੂ ਪਾਤਸ਼ਾਹ ਜੀ ਦਾ ਵੀ ਜਸ ਸੰਗਤਾਂ ਜਿਹੜੀਆਂ ਨੇ ਇਹ ਰਲ ਕੇ ਗਾਉਂਦੀਆਂ, ਤੇ ਜਿਨ੍ਹਾਂ ਨੇ ਆਪਣਾ ਆਪਾ ਗੁਰੂ ਪਾਤਸ਼ਾਹ ਨੂੰ ਸਮਰਪਣ ਕੀਤਾ, ਉਹਨਾਂ ਦਾ ਜਸ ਵੀ ਸੰਸਾਰ ਗਾਉਂਦਾ ਹੈ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਆਪਣਾ ਮਨ ਸਮਰਪਣ ਕਰਕੇ ਸੇਵਾ ਤੇ ਸਿਮਰਨ ਦੇ ਵਿੱਚ ਜੁੜਨਾ ਕੀਤਾ। ਭਗਤ ਕਰਹਿ, ਭਗਤ ਦੇ ਤੱਤੇ ਨੂੰ ਸਿਹਾਰੀ ਭਗਤੀ। ਜਿਹੜੇ ਭਗਤੀ ਕਰਦੇ ਨੇ, ਭਾਵ ਮਨ ਵਿੱਚੋਂ ਭਰਮ ਨੂੰ ਮਿਟਾ ਕੇ ਵਿਕਾਰਾਂ ਦਾ ਤਿਆਗ ਕਰਕੇ ਭਗਤੀ ਕਰਦੇ ਨੇ, ਉਹ ਫਿਰ ਜਿਹੜੀ ਭਗਤੀ ਕਰਨ ਵਾਲੀਆਂ ਸੰਗਤਾਂ ਨੇ, ਉਹ ਗੁਰੂ ਪਾਤਸ਼ਾਹ ਜੀ ਦਾ ਜਸ ਗਾਉਂਦੀਆਂ ਨੇ ਕਿ ਗੁਰੂ ਕਿਰਪਾ ਦੇ ਨਾਲ ਸਾਡੇ ਮਨ ਉੱਤੇ ਵਿਕਾਰਾਂ ਦਾ ਜੋ ਪ੍ਰਭਾਵ ਪਿਆ ਸੀ ਉਹ ਖਤਮ ਹੋ ਗਿਆ। ਜਦੋਂ ਵਿਕਾਰਾਂ ਦਾ ਪ੍ਰਭਾਵ, ਉਹਦਾ ਅਸਰ ਖਤਮ ਹੋਇਆ, ਫਿਰ ਜਾ ਕੇ ਇਹ ਮਨ ਨੂੰ ਭਗਤੀ ਦਾ ਜਾਗ ਲੱਗਾ। ਇਹ ਵੀ ਧਿਆਨ 'ਚ ਰੱਖਣਾ ਆਪ ਜੀ ਸੂਝਵਾਨੋ ਕਿ ਜਿਹੜਾ ਭਗਤੀ ਦਾ ਜਾਗ ਲੱਗਣਾ, ਇਹ ਤਨ ਉੱਤੇ ਨਹੀਂ, ਇਹ ਮਨ ਉੱਤੇ ਲੱਗਣਾ। ਇਸ ਲਈ ਮਨ ਉੱਤੇ ਭਗਤੀ ਦਾ ਜਾਗ ਉਦੋਂ ਲੱਗੇਗਾ ਜਦੋਂ ਮਨ ਤੋਂ ਵਿਕਾਰਾਂ ਦਾ ਅਸਰ ਖਤਮ ਹੋਏਗਾ, ਮਨ ਵਿੱਚੋਂ ਦੀ ਭਰਮ ਮਿਟੇਗਾ। ਤੋ ਜਿਨ੍ਹਾਂ ਸੰਗਤਾਂ ਦੇ ਅੰਦਰ ਭਗਤੀ ਦਾ ਜਾਗ ਲੱਗਾ, ਭਗਤ ਕਰਹਿ ਮਿਲ ਸੰਗਤਾਂ ਮਿਲ ਕੇ ਭਗਤੀ ਕਰਦੀਆਂ। ਔਰ ਅਸੀਂ ਗੁਰੂ ਪਾਤਸ਼ਾਹ ਕੋਲੋਂ ਮੰਗਦੇ ਵੀ ਕੀ ਹਾਂ? ਅਸੀਂ ਭਗਤੀ ਦੀ ਹੀ ਦਾਤ ਮੰਗਦੇ ਹਾਂ। ਜਿਨ੍ਹਾਂ ਨੂੰ ਸਮਝ ਆ ਗਈ, ਕਿਉਂਕਿ ਦੇਖੋ ਮੰਗ ਵੀ ਹਰ ਇੱਕ ਦੀ ਆਪਣੀ ਆਪਣੀ ਹੈ। ਬਹੁਤ ਘੱਟ ਐਸੇ ਨੇ, ਜਾਂ ਇੱਦਾਂ ਵੀ ਕਹਿ ਲਵਾਂ ਕਿ 99% ਸਾਡੀ ਮੰਗ ਜਿਹੜੀ ਆ ਉਹ ਬਾਹਰ ਦੀ ਹੈ, ਮਾਇਆਵੀ ਪਦਾਰਥਾਂ ਦੀ ਹੈ। 1% ਉਹ ਨੇ ਭਾਵਨਾ ਵਾਲੇ ਜਿਹੜੇ ਸਤਿਗੁਰੂ ਜੀ ਦੇ ਦਰ ਤੇ ਆ ਕੇ ਭਗਤੀ ਦੀ ਦਾਤ ਮੰਗਦੇ ਆ, ਭਗਤੀ ਦੀ ਖੈਰ ਮੰਗਦੇ ਨੇ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਹੁਣ ਜਿਹੜੀਆਂ ਸੰਗਤਾਂ ਮਿਲ ਕੇ ਭਗਤੀ ਰੰਗ ਵਿੱਚ ਰੰਗੀਆਂ, ਗੁਰ ਸੋ ਜਸ ਉਚਾਰੇ, ਉਹ ਫਿਰ ਗੁਰੂ ਪਾਤਸ਼ਾਹ ਦਾ ਜਸ ਗਾਉਂਦੀਆਂ ਹਨ। ਅਜੈ ਵਿਕਾਰਨ ਕੋਰਿ ਦੇ ਗੁਣ ਗਣ ਉਪਜਾਵੇ। ਹੁਣ ਜਸ ਕੀ ਗਾਉਂਦੀਆਂ ਨੇ? ਜਿਹੜੀਆਂ ਭਗਤੀ ਵਿੱਚ ਲੀਨ ਹੋਈਆਂ ਸੰਗਤਾਂ ਨੇ, ਉਹ ਜਸ ਕੀ ਗਾਉਂਦੀਆਂ ਨੇ ਕਿ ਜਦੋਂ ਦੀ ਗੁਰੂ ਕਿਰਪਾ ਹੋਈ ਹੈ, ਅਜੈ ਵਿਕਾਰਨ ਕੋਰਿ ਦੇ, ਹਿਰਦੇ ਮਨੇ ਹਿਰਦੇ ਵਿੱਚੋਂ ਵਿਕਾਰ ਜਿਹੜੇ ਨੇ ਇਹਨਾਂ ਦਾ ਤਿਆਗ ਹੋ ਗਿਆ। ਪਹਿਲੇ ਕੀ ਸੀ? ਵਿਕਾਰਾਂ ਵਿੱਚ ਜੀਵਨ ਘਿਰਿਆ ਪਿਆ ਸੀ। ਪਰ ਜੇ ਹੁਣ ਭਗਤੀ ਦਾ ਅੰਦਰ ਰੰਗ ਲੱਗਾ ਹੈ, ਜਾਗ ਲੱਗਾ ਹੈ, ਅਜੇ ਵਿਕਾਰਨ ਕੋ ਹਿਰਦੇ, ਵਿਕਾਰਾਂ ਨੂੰ ਹਿਰਦੇ ਵਿੱਚੋਂ ਤਿਆਗ ਦਿੱਤਾ। ਗੁਣ ਗਨ ਉਪਜਾਵੇਂ, ਗੁਰੂ ਸਾਹਿਬ ਸਾਡੇ ਅਵਗੁਣ ਮਿਟਾ ਕੇ ਸਾਨੂੰ ਸ਼ੁਭ ਗੁਣ ਦਿੰਦੇ ਆ। ਅਸੀਂ ਗੁਰਬਾਣੀ ਪੜ੍ਹੀਏ, ਸੁਣੀਏ, ਇਸ ਵਾਸਤੇ ਕਿ ਅਸੀਂ ਸ਼ੁਭ ਗੁਣ ਗ੍ਰਹਿਣ ਕਰਨੇ ਨੇ। ਜਦੋਂ ਸ਼ੁਭ ਗੁਣ ਗ੍ਰਹਿਣ ਕਰਾਂਗੇ, ਅਵਗੁਣਾਂ ਤੋਂ ਆਪੇ ਹੀ ਦੂਰੀ ਬਣ ਜਾਣੀ ਹੈ, ਅਵਗੁਣਾਂ ਤੋਂ ਆਪੇ ਹੀ ਛੁਟਕਾਰਾ ਹੋ ਜਾਣਾ। ਤੋ ਗੁਰੂ ਸੰਗਤਾਂ ਗੁਰੂ ਪਾਤਸ਼ਾਹ ਦਾ ਜਸ ਗਾਉਂਦੀਆਂ ਨੇ ਕਿ ਬਲਹਾਰੇ ਜਾਈਏ ਐਸੇ ਸਤਿਗੁਰੂ ਤੋਂ। ਨਮਸਕਾਰ ਗੁਰਦੇਵ ਕੋ ਸਤਨਾਮ ਪੜ੍ਹ ਮੰਤਰ ਸੁਣਾਇਆ, ਭਵਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ। ਜਿਨ੍ਹਾਂ ਨੇ ਸਾਨੂੰ ਭਵਜਲ ਵਿੱਚੋਂ ਕੱਢ ਲਿਆ, ਐਸੇ ਸਤਿਗੁਰੂ ਨੂੰ ਨਮਸਕਾਰ ਹੈ ਜਿਨ੍ਹਾਂ ਦੇ ਚਰਨਾਂ ਵਿੱਚ ਆ ਕੇ ਸ਼ੁਭ ਗੁਣ ਗ੍ਰਹਿਣ ਹੁੰਦੇ ਨੇ ਔਰ ਅਵਗੁਣਾਂ ਤੋਂ ਤਿਆਗ ਹੁੰਦਾ ਹੈ, ਛੁਟਕਾਰਾ ਮਿਲਦਾ ਹੈ। ਸੁਣੈ ਉਚਾਰੈ ਕੀਰਤਨ ਪ੍ਰਭ ਪ੍ਰੀਤ ਲਗਾਵੇ। ਹੁਣ ਜਿਹੜੇ ਐਸੇ ਹੀ ਸੰਗਤਾਂ ਨੇ ਨਾਮ ਰੰਗ ਵਿੱਚ ਰੰਗੀਆਂ ਹੋਈਆਂ, ਉਹ ਕੀ ਕਰਦੀਆਂ? ਸੁਣੈ ਉਚਾਰੈ ਕੀਰਤਨ ਪ੍ਰਭ ਪ੍ਰੀਤ ਲਗਾਵੇ। ਪ੍ਰਭੂ ਚਰਨਾਂ ਨਾਲ ਪ੍ਰੇਮ ਪਾ ਕੇ, ਪ੍ਰਭੂ ਚਰਨਾਂ ਦੇ ਨਾਲ ਪ੍ਰੀਤ ਪਾ ਕੇ ਰੱਬੀ ਬਾਣੀ ਨੂੰ ਸੁਣਦੀਆਂ ਨੇ, ਰੱਬੀ ਬਾਣੀ ਦਾ ਉਚਾਰਨ ਕਰਦੀਆਂ ਨੇ। ਆਪਣੀ ਰਸਨਾ ਤੋਂ ਰੱਬੀ ਬਾਣੀ ਦਾ ਉਚਾਰਨ ਕਰਨਾ, ਆਪਣੇ ਕੰਨਾਂ ਤੋਂ ਰੱਬੀ ਬਾਣੀ ਨੂੰ ਸੁਣਨਾ, ਪ੍ਰਭੂ ਚਰਨਾਂ ਵਿੱਚ ਪ੍ਰੀਤ ਜਿਹੜੀ ਆ ਇਹ ਬਣਾ ਕੇ। ਇਹੋ ਜਿਹੀਆਂ ਸੰਗਤਾਂ ਫਿਰ ਪ੍ਰਭੂ ਪਿਆਰ ਦੇ ਵਿੱਚ ਭਿੱਜੀਆਂ ਰੱਬੀ ਬਾਣੀ ਨੂੰ ਗਾਉਂਦੀਆਂ ਔਰ ਸੁਣਦੀਆਂ ਹਨ। ਸਲਿਤਾ ਸੁੰਦਰ ਭਗਤ ਕੀ ਸਭ ਦੇਸ਼ ਵਿਥਾਰੀ। ਅਸਲ ਵਿੱਚ ਮਹਾਰਾਜ ਨੇ ਇਹ ਜਿਹੜੀ ਨਦੀ ਚਲਾ ਦਿੱਤੀ ਹੈ ਨਾ, ਇਹ ਜਿਹੜਾ ਦਰਿਆ ਚਲਾ ਦਿੱਤਾ ਮਹਾਰਾਜ ਨੇ ਭਗਤੀ ਦਾ। ਕਹਿੰਦੇ ਨੇ ਹੁਣ ਇਹ ਭਗਤੀ ਦਾ ਦਰਿਆ ਤੇ ਚਲਾ ਦਿੱਤਾ, ਪਰ ਇਹਦੇ ਵਿੱਚ ਚੁੱਭੀ ਕੋਈ ਲਾਉਂਦਾ। ਇਹਦੇ ਵਿੱਚ ਹੁਣ ਜਿਹੜਾ ਦਰਿਆ ਹੈ, ਇਹਦੇ ਵਿੱਚ ਕੀ ਹੁੰਦਾ? ਮੱਛਲੀ ਹੁੰਦੀ ਹੈ, ਮੱਛਲੀ ਦੀ ਪਾਣੀ ਨਾਲ ਬੜੀ ਪ੍ਰੀਤ ਹੈ। ਹੁਣ ਜਿਹੜਾ ਸਤਿਗੁਰੂ ਨੇ ਭਗਤੀ ਦਾ ਦਰਿਆ ਚਲਾਇਆ, ਇਹਦੇ ਵਿੱਚ ਮੱਛਲੀ ਕਿਹਨੇ ਬਣਨਾ? ਸਾਡੇ ਮਨ ਨੇ। ਜਦੋਂ ਮਨ ਇਸ ਭਗਤੀ ਦੇ ਦਰਿਆ ਵਿੱਚ ਆਏਗਾ ਤੇ ਮੀਨ ਦੀ ਤਰ੍ਹਾਂ, ਮੱਛਲੀ ਦੀ ਤਰ੍ਹਾਂ, ਫਿਰ ਉਹ ਇਸ ਭਗਤੀ ਵਿੱਚੋਂ ਕਦੇ ਬਾਹਰ ਨਿਕਲ ਹੀ ਨਹੀਂ ਸਕੇਗਾ। ਤੇ ਜੇ ਨਿਕਲੇਗਾ ਤੇ ਤੜਪੇਗਾ। ਜਿਵੇਂ ਇੱਕ ਮੱਛਲੀ ਦੀ ਪਾਣੀ ਦੇ ਨਾਲ ਪ੍ਰੀਤ ਹੈ, ਇਸੇ ਤਰ੍ਹਾਂ ਜਿਹੜੇ ਭਗਤੀ ਵਿੱਚ ਲੀਨ ਹੋਏ ਨੇ, ਕਹਿੰਦੇ ਸਲਤਾ ਸੁੰਦਰ ਭਗਤ ਕੀ ਸਭ ਦੇਸ਼ ਵਿਥਾਰੀ। ਇਹ ਨਹੀਂ ਵੀ ਇੱਕ ਪਾਸੇ ਹੀ ਮਹਾਰਾਜ ਨੇ ਭਗਤੀ ਦੀ ਲਹਿਰ ਚਲਾਈ ਆ। ਗੁਰੂ ਨਾਨਕ ਸਾਹਿਬ ਜੀ ਨੇ ਚਾਰੇ ਦਿਸ਼ਾਵਾਂ ਦੇ ਵਿੱਚ ਹਰ ਇੱਕ ਪ੍ਰਾਣੀ ਵਾਸਤੇ, ਇਹ ਨਹੀਂ ਕਿ ਕਿਸੇ ਦੀ ਜਾਤ ਵੇਖ ਕੇ ਜਾਂ ਕਿਸੇ ਦਾ ਧਰਮ ਵੇਖ ਕੇ ਜਾਂ ਕਿਸੇ ਦਾ ਮੁਲਕ ਵੇਖ ਕੇ, ਨਹੀਂ, ਹਰ ਇੱਕ ਮਨੁੱਖ ਵਾਸਤੇ ਭਗਤੀ ਦੀ ਲਹਿਰ ਜਿਹੜੀ ਗੁਰੂ ਪਾਤਸ਼ਾਹ ਨੇ ਚਲਾਈ ਹੈ। ਸਿੱਖ ਮੀਨ ਨਾ ਤਜ ਸਕੈ ਸਰਦਾ ਬਰਬਾਰੀ। ਜਿਹੜਾ ਇਹਦੇ ਵਿੱਚ ਭਗਤੀ ਦਾ ਨੀਰ ਹੈ, ਪਾਣੀ ਭਗਤੀ ਦਾ, ਇਹ ਜਿਹੜਾ ਦਰਿਆ ਗੁਰੂ ਸਾਹਿਬ ਨੇ ਚਲਾਇਆ,
ਇਹਦੇ ਵਿੱਚ ਕਹਿੰਦੇ ਸਿੱਖ ਮੀਨ ਨਹਿ ਤੱਜ ਸਕਿਆ। ਮੀਨ ਕਹਿੰਦੇ ਮਛਲੀ ਨੂੰ। ਜਿਹੜੇ ਪਿਆਰ ਵਾਲੇ ਸਿੱਖ ਨੇ ਉਹ ਇਸ ਭਗਤੀ ਵਿੱਚੋਂ ਕਦੇ ਨਿਕਲਦੇ ਹੀ ਨਹੀਂ। ਉਹ ਕਦੇ ਨਹੀਂ ਨਿਕਲਦੇ, ਕਿਉਂਕਿ ਉਹਨਾਂ ਦੀ ਸ਼ਰਧਾ, ਉਹਨਾਂ ਦਾ ਪ੍ਰੇਮ, ਉਹਨਾਂ ਦਾ ਭਰੋਸਾ, ਉਹਨਾਂ ਦਾ ਆਸਰਾ ਹੀ ਭਗਤੀ ਹੁੰਦੀ ਹੈ। ਜਿਹੜੇ ਭਗਤੀ ਵਿੱਚ ਲੀਨ ਹੋਏ ਨੇ ਉਹ ਫਿਰ ਆਪਣਾ ਬੰਦ ਤਾਂ ਕਟਾ ਸਕਦੇ ਆ, ਪਰ ਉਹ ਉਸ ਮਛਲੀ ਦੀ, ਹੁਣ ਮਛਲੀ ਵੀ ਤੇ ਆਪਣਾ ਆਪਾ ਕਟਾ ਹੀ ਦਿੰਦੀ ਆ, ਪਰ ਉਹ ਪਾਣੀ ਤੋਂ ਨਹੀਂ ਅਲੱਗ ਹੋਣੀ ਚਾਹੁੰਦੀ। ਜਿਹੜੇ ਗੁਰੂ ਕੇ ਸਿੱਖ ਨੇ ਇਹ ਆਪਣਾ ਆਪਾ ਤੇ ਕੁਰਬਾਨ ਕਰ ਸਕਦੇ ਆ, ਪਰ ਗੁਰਬਾਣੀ ਤੋਂ ਦੂਰ ਨਹੀਂ ਹੋ ਸਕਦੇ। ਤੇ ਜਿਹੜਾ ਗੁਰਬਾਣੀ ਤੋਂ ਦੂਰ ਹੋ ਗਿਆ ਉਹ ਹਜੇ ਗੁਰੂ ਦਾ ਸਿੱਖ ਨਹੀਂ ਸੀ ਬਣਿਆ। ਉਹਦੀ ਹਜੇ ਅੰਦਰ ਦੀ ਭਾਵਨਾ ਮਛਲੀ ਦੇ ਵਾਂਗ ਨਹੀਂ ਸੀ, ਉਹਦਾ ਮਨ ਹਜੇ ਮਛਲੀ ਦੇ ਵਾਂਗ ਨਹੀਂ ਸੀ ਗੁਰਬਾਣੀ ਵਿੱਚ ਲੀਨ ਹੋਇਆ। ਜਿਨ੍ਹਾਂ ਦਾ ਹੋਇਆ ਉਹਨਾਂ ਨੇ ਆਪਣਾ ਆਪਾ ਕੁਰਬਾਨ ਕਰ ਦਿੱਤਾ, ਪਰ ਉਹਨਾਂ ਨੇ ਗੁਰਬਾਣੀ ਤੋਂ ਦੂਰ ਨਹੀਂ ਹੋਣਾ ਕੀਤਾ। ਅੱਜ ਬੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਬੜੇ ਯਤਨ ਕੀਤੇ ਜਾ ਰਹੇ ਨੇ, ਬੜੇ ਤਰੀਕੇ ਅਪਣਾਏ ਜਾ ਰਹੇ ਨੇ ਕਿ ਕਿਸੇ ਤਰ੍ਹਾਂ ਗੁਰਬਾਣੀ ਤੋਂ ਇਹਨਾਂ ਨੂੰ ਦੂਰ ਕੀਤਾ ਜਾ ਸਕੇ, ਔਰ ਕਈ ਹੋ ਵੀ ਗਏ ਨੇ। ਕਿਉਂ ਹੋ ਗਏ? ਕਿਉਂਕਿ ਉਹਨਾਂ ਨੂੰ ਪਹਿਲੀ ਗੱਲ ਗੁਰਬਾਣੀ ਦੀ ਸਮਝ ਨਹੀਂ ਸੀ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਿਹਦਾ ਦਰ ਛੱਡ ਕੇ ਤੇ ਕਿਹਦੇ ਮਗਰ ਲੱਗ ਤੁਰੇ ਹਾਂ। ਤੇ ਜਿਹੜੇ ਗੁਰਬਾਣੀ ਨੂੰ ਦਰਿਆ ਮੰਨਦੇ ਆ ਵੀ ਇੱਕ ਨੀਰ ਦੀ ਤਰ੍ਹਾਂ ਹੈ, ਅਸੀਂ ਮੀਨ ਮਛਲੀ ਦੀ ਤਰ੍ਹਾਂ ਹਾਂ, ਉਹ ਫਿਰ ਜੋ ਮਰਜ਼ੀ ਹੋ ਜਾਏ, ਦੁੱਖ ਆਵੇ ਸੁੱਖ ਆਵੇ, ਉਹ ਕਦੇ ਗੁਰਬਾਣੀ ਵਿੱਚੋਂ ਨਿਕਲ ਕੇ ਹੋਰ ਥਾਂ ਨਹੀਂ ਜਾਂਦੇ। ਕਿਉਂ? ਕਿਉਂਕਿ ਉਹਨਾਂ ਦੀ ਅਵਸਥਾ ਉਸ ਮੀਨ ਮਛਲੀ ਦੀ ਤਰ੍ਹਾਂ ਹੁੰਦੀ ਹੈ। ਤੇ ਸਾਨੂੰ ਵੀ ਤੇ ਮਹਾਰਾਜ ਨੇ ਕਿਹਾ, ਰੇਮਨ ਐਸੀ ਹਰਿ ਸਿਉ ਪ੍ਰੀਤ ਕਰ, ਜੈਸੇ ਮਛਲੀ ਨੀਰ। ਜਿਵੇਂ ਮਛਲੀ ਨੀਰ ਨਾਲ ਪ੍ਰੇਮ ਕਰਦੀ ਹੈ ਨਾ, ਮਨ ਤੂੰ ਵੀ ਪਰਮੇਸ਼ਵਰ ਦੇ ਨਾਮ ਨਾਲ ਪ੍ਰੇਮ ਕਰ। ਤੋ ਜਿਹੜੇ ਭਗਤੀ ਵਿੱਚ ਲੀਨ ਹੋਏ ਪ੍ਰੇਮ ਵਾਲੇ, ਸਲਤਾ ਸੁੰਦਰ ਭਗਤੀ ਕੀ, ਗੁਰੂ ਸਾਹਿਬ ਨੇ ਬੜੀ ਸੁੰਦਰ ਭਗਤੀ ਦੀ ਇੱਕ ਨਦੀ ਚਲਾਈ ਹੈ। ਉਹਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਨੇ ਉਹ ਮੀਨ ਦੀ ਤਰ੍ਹਾਂ, ਮਛਲੀ ਦੀ ਤਰ੍ਹਾਂ ਨੇ। ਉਹ ਕਦੇ ਵੀ ਨਹੀਂ ਇਸ ਗੁਰਬਾਣੀ ਨੂੰ, ਗੁਰੂ ਸਾਹਿਬ ਦੇ ਰਸਤੇ ਨੂੰ ਛੱਡ ਕੇ ਕਦੇ ਵੀ ਕਹਿੰਦੇ ਭਟਕਦੇ ਨਹੀਂ, ਕਿਉਂਕਿ ਉਹਨਾਂ ਅੰਦਰ ਗੁਰੂ ਭਰੋਸਾ ਹੁੰਦਾ ਹੈ, ਗੁਰੂ ਪ੍ਰੇਮ ਹੁੰਦਾ ਹੈ। ਔਰ ਉਹ ਗੁਰੂ ਤੇ ਭਰੋਸਾ ਰੱਖਣ ਵਾਲੇ ਇੱਕੋ ਹੀ ਗੱਲ ਕਹਿੰਦੇ ਆ। ਹੁਣ ਜਿਹੜਾ ਪਾਣੀ ਹੈ ਉਹਦੇ ਵਿੱਚ ਮਛਲੀ ਰਹਿ ਕੇ ਕਿੰਨਾ ਖੁਸ਼ ਰਹਿੰਦੀ ਹੈ। ਪਾਣੀ ਭਾਵੇਂ ਮਛਲੀ ਵਾਸਤੇ ਜਾਲ ਵੀ ਵਿਛਾ ਦੇਵੇ, ਉਹ ਹੱਸ ਕੇ ਉਸ ਜਾਲ ਵਿੱਚ ਚਲੀ ਜਾਂਦੀ ਹੈ। ਕਿਉਂ? ਕਿਉਂਕਿ ਜਿਹਦੇ ਨਾਲ ਮੇਰਾ ਪ੍ਰੇਮ ਹੈ, ਜੇ ਮੈਨੂੰ ਜਾਲ ਵਿੱਚ ਵੀ ਫਸਾ ਦੇਗਾ, ਮੈਂ ਪ੍ਰੇਮ ਨਾਲ ਹੱਸ ਕੇ ਇਸ ਜਾਲ ਵਿੱਚ ਵੀ ਚਲੀ ਜਾਵਾਂਗੀ। ਜੇ ਸਾਡਾ ਗੁਰਬਾਣੀ ਨਾਲ ਪ੍ਰੇਮ ਹੈ, ਗੁਰੂ ਚਰਨਾਂ ਨਾਲ, ਤਾਂ ਫਿਰ ਸਾਡੀ ਅਵਸਥਾ ਇਹ ਹੋਵੇਗੀ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਭੀ ਤੁਝ ਹੈ ਧਿਆਈ। ਇਹ ਨਹੀਂ ਵੀ ਦੁੱਖ ਕਿਤੇ ਤੇ ਸੁੱਖ ਕਿਤੇ, ਵੀ ਮੇਰੇ ਲਈ ਦੁੱਖ ਹੋਵੇ ਸੁੱਖ ਹੋਵੇ, ਪਰ ਧਿਆਉਣਾ ਤੈਨੂੰ ਮੈਂ, ਤੈਨੂੰ ਛੱਡ ਕੇ ਮੇਰੇ ਮਾਲਕਾ ਕਿਸੇ ਹੋਰ ਦੇ ਦਰ ਤੇ ਨਹੀਂ ਜਾਣਾ। ਹੁਣ ਜਿਹੜੇ ਪਿਆਰ ਵਾਲੇ ਸਿੱਖ ਨੇ ਉਹ ਮਛਲੀ ਦੀ ਤਰ੍ਹਾਂ ਸ਼ਰਧਾ ਪਿਆਰ ਵਿੱਚ ਭਿੱਜੇ ਗੁਰੂ ਚਰਨਾਂ ਵਿੱਚ ਜੁੜੇ ਰਹਿੰਦੇ ਹਨ। ਸਤਗੁਣ ਕਮਲ ਪ੍ਰਫੁੱਲਤੇ ਜਨ ਗਨ ਜਲ ਜੰਤਾ। ਕਹਿੰਦੇ ਨੇ ਜਿਹੜੇ ਗੁਰੂ ਚਰਨਾਂ ਵਿੱਚ ਜੁੜਨ ਵਾਲੇ ਨੇ, ਇਹਨਾਂ ਵਿੱਚ 7 ਗੁਣ ਆ ਜਾਂਦੇ ਆ, ਸ਼ੁਭ ਗੁਣ। ਇਹ ਸ਼ੁਭ ਗੁਣਾਂ ਦੇ ਧਾਰਨੀ ਹੁੰਦੇ ਆ ਤੇ ਹਿਰਦੇ ਦਾ ਕੌਲ ਫੁੱਲ ਖਿੜ ਜਾਂਦਾ ਹੈ। ਜੇ ਸਾਡੇ ਹਿਰਦੇ ਵਿੱਚ ਗੁਰਬਾਣੀ ਨਹੀਂ ਨਾ ਵਸਦੀ, ਜੇ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਦਾ, ਅਸੀਂ ਬਾਹਰੋਂ ਜਿੰਨੇ ਮਰਜ਼ੀ ਖਿੜੇ ਹੋਈਏ, ਅੰਦਰੋਂ ਮੁਰਝਾਏ ਹੋਏ ਆ। ਅਸੀਂ ਬਾਹਰੋਂ ਜਿੰਨੇ ਮਰਜ਼ੀ ਚੰਗੇ ਭਲੇ ਦਿਸਦੇ ਹੋਈਏ, ਅੰਦਰ ਦੀ ਹਾਲਤ ਸਾਡੀ ਵਿਗੜੀ ਹੋਈ ਹੈ। ਇਸ ਲਈ ਮਹਾਰਾਜ ਨੇ ਇੱਕ ਰੋਗੀ ਵੱਲ ਵੇਖ ਕੇ ਆਖਿਆ ਸੀ ਕਿ ਜਿਹੜੇ ਅੰਦਰ ਹਿਰਦੇ ਵਿੱਚ ਨਾਮ ਬਾਣੀ ਨਹੀਂ ਵਸਦੀ, ਉਹ ਅੰਦਰੋਂ ਵੀ ਇਸ ਰੋਗੀ ਦੀ ਤਰ੍ਹਾਂ ਤੜਪਦੇ ਰਹਿੰਦੇ ਆ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਕਈ ਵਾਰ ਜ਼ਿਕਰ ਕੀਤਾ ਵੀ ਇੱਥੇ ਤਨ ਦੇ ਨੰਨੇ ਨੂੰ ਸਿਆਰੀ ਆ, ਤਨ ਦੇ ਅੰਦਰ ਹਿਰਦੇ ਦੇ ਵਿੱਚ। ਜਿਨ੍ਹਾਂ ਦੇ ਹਿਰਦੇ ਚੋਂ ਪਰਮੇਸ਼ਵਰ ਦਾ ਨਾਮ ਵਿਸਰ ਗਿਆ, ਉਹ ਅੰਦਰੋਂ ਮੁਰਝਾਏ ਹੁੰਦੇ ਆ। ਇਹ ਵੀ ਇੱਕ ਦਿਨ ਬੇਨਤੀ ਕੀਤੀ, ਤੁਸੀਂ ਨਾ ਬੂਟਾ ਹੈ ਖਿੜਿਆ, ਉਹਦੇ ਤੇ ਫੁੱਲ ਵੀ ਖਿੜੇ ਨੇ। ਉਹ ਜਿਹੜਾ ਖਿੜਿਆ ਹੋਇਆ ਬੂਟਾ, ਫੁੱਲ ਖਿੜੇ ਨੇ, ਉਹਦੇ ਪੱਤਿਆਂ ਤੇ ਫੁੱਲ ਤੇ ਛਿੱਟੇ ਮਾਰੀ ਜਾਓ ਪਾਣੀ ਦੇ। ਉਹਦੀ ਜੜ ਵਿੱਚ ਪਾਣੀ ਨਾ ਪਾਓ, ਉਹ ਕਦੇ ਹਰਿਆ ਨਹੀਂ ਰਹਿ ਸਕਦਾ, ਥੋੜੇ ਸਮੇਂ ਬਾਅਦ ਮੁਰਝਾ ਜਾਏਗਾ, ਕਿਉਂਕਿ ਉਹਦੀ ਜੜ ਵਿੱਚ ਪਾਣੀ ਨਹੀਂ ਪਿਆ। ਜੇ ਇਹ ਗੁਰਬਾਣੀ ਸਾਡੀ ਜੜ ਤੱਕ ਨਾ ਪਹੁੰਚੀ ਤੇ ਅਸੀਂ ਅੰਦਰੋਂ ਮੁਰਝਾਈ ਹੀ ਰਵਾਂਗੇ। ਸਾਡੇ ਅੰਦਰ ਚਿੰਤਾਵਾਂ, ਫਿਕਰ, ਪਰੇਸ਼ਾਨੀਆਂ ਇਹ ਹਰ ਵੇਲੇ ਬਣੀਆਂ ਰਹਿਣਗੀਆਂ। ਜਦ ਸਾਡੇ ਜੜ ਭਾਵ ਮਨ, ਜਦੋਂ ਗੁਰਬਾਣੀ ਸਾਡੇ ਮਨ ਰੂਪੀ ਜੜ ਤੱਕ ਪਹੁੰਚੇਗੀ, ਫਿਰ ਸਾਰੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਬਾਣੀ ਇੰਨੀ ਪੜ੍ਹ ਰਹੇ ਹਾਂ, ਚਿੰਤਾ ਫਿਰ ਨਹੀਂ ਮਿਟ ਰਹੀ। ਕਿੰਨਾ ਅਭਿਆਸ ਬਾਣੀ ਦਾ ਕਰ ਰਹੇ ਹਾਂ, ਫਿਕਰ ਫਿਰ ਲੱਗਾ ਹੋਇਆ, ਮਨ ਫਿਰ ਡੋਲਦਾ ਰਹਿੰਦਾ ਹੈ, ਮਨ ਫਿਰ ਪਰੇਸ਼ਾਨ ਰਹਿੰਦਾ। ਕਾਰਨ ਕੀ ਹੈ? ਕਿ ਬਾਣੀ ਹਜੇ ਹਿਰਦੇ ਵਿੱਚ ਉਤਰੀ ਨਹੀਂ ਹੈ, ਹਜੇ ਤੇ ਇਹ ਬਾਹਰ ਕੰਨ ਜਾਂ ਇਹ ਜ਼ੁਬਾਨ ਜਾਂ ਅੱਖਾਂ ਤੱਕ ਹੀ ਰਹਿ ਗਈ। ਖੈਰ, ਇੱਥੇ ਕਹਿ ਰਹੇ ਆ ਜਿਹੜੇ ਮੀਨ ਬਣ ਕੇ ਗੁਰੂ ਪਾਤਸ਼ਾਹ ਦੀ ਭਗਤੀ ਰੂਪੀ ਦਰਿਆ ਵਿੱਚ ਲੀਨ ਹੋ ਗਏ, ਉਹਨਾਂ ਦੇ ਅੰਦਰ ਸ਼ੁਭ ਗੁਣ ਨੇ। ਫਿਰ ਕਮਲ ਪ੍ਰਫੁੱਲਤ, ਉਹਨਾਂ ਦਾ ਹਿਰਦਾ ਰੂਪੀ ਕੌਲ ਜਿਹੜਾ ਇਹ ਖਿੜਿਆ ਰਹਿੰਦਾ ਹੈ, ਉਹ ਸਦਾ ਆਨੰਦ ਵਿੱਚ ਰਹਿੰਦੇ ਨੇ। ਭਗਤੀ ਕਰਨ ਵਾਲੇ ਨੂੰ ਭਗਤ ਕਿਹਾ ਨਾ, ਪਹਿਰਾਵੇ ਦਾ ਨਾਮ ਭਗਤ ਨਹੀਂ ਹੈ, ਭਗਤੀ ਵਾਲੇ ਨੂੰ ਭਗਤ ਕਿਹਾ। ਤੇ ਜਿਨ੍ਹਾਂ ਨੇ ਭਗਤੀ ਕੀਤੀ, ਉਹਨਾਂ ਦਾ ਜੀਵਨ ਕੀ ਹੈ? ਉਹ ਸਦਾ ਵਿਕਾਸ ਵਿੱਚ ਰਹਿੰਦੇ ਨੇ। ਵਿਕਾਸ ਦਾ ਅਰਥ ਕੀ ਹੁੰਦਾ? ਖਿੜੇ ਰਹਿਣਾ। ਨਾਨਕ ਭਗਤਾਂ ਸਦਾ ਵਿਕਾਸ, ਉਹ ਸਦਾ ਵਿਕਾਸ ਵਿੱਚ ਇਸ ਲਈ ਰਹਿੰਦੇ ਆ ਕਿਉਂਕਿ ਉਹ ਹਰ ਵੇਲੇ ਪਰਮੇਸ਼ਵਰ ਦੇ ਨਾਮ ਵਿੱਚ ਮਨ ਸੁਰਤ ਕਰਕੇ ਲੀਨ ਰਹਿੰਦੇ ਹਨ। ਬ੍ਰਹਮ ਬੇਮੁਕਤਾ ਕੂਲ ਦਵੈ ਸੰਸੇ ਤਰਹੰਤਾ। ਉਹ ਫਿਰ ਕੀ ਕਰਦੇ ਆ? ਭਟਕਣਾ ਖਤਮ। ਜਿਹੜੇ ਤਾਂ ਜੁੜ ਗਏ ਗੁਰੂ ਚਰਨਾਂ ਵਿੱਚ, ਗੁਰੂ ਦੇ ਸਨਮੁਖ ਹੋ ਗਏ ਮਨ ਕਰਕੇ, ਉਹਨਾਂ ਦੇ ਅੰਦਰੋਂ ਭਟਕਣਾ ਵੀ ਖਤਮ ਹੋ ਗਈ, ਔਰ ਉਹ ਬੇਮੁਕਤਾ ਵਾਲੀ ਜਿਹੜੀ ਮੋਹਰ ਲੱਗੀ ਸੀ ਉਹ ਵੀ ਖਤਮ ਹੋ ਗਈ। ਬੇਮੁਖ ਕਦੋਂ ਹੋਵਾਂਗੇ? ਬੇਮੁਖ ਉਦੋਂ ਹੋਵਾਂਗੇ ਜਦੋਂ ਮਨ ਹੋਰ ਪਾਸੇ ਲੱਗ ਜਾਏਗਾ, ਮਨ ਕਰਮ ਕਾਂਡ ਵਾਲੇ ਪਾਸੇ ਲੱਗੇਗਾ, ਉਦੋਂ ਬੇਮੁਖ ਹਾਂ। ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ, ਉਹ ਵਹਿਮ ਭਰਮ ਭਟਕਣਾ ਵਿੱਚ ਪੈ ਗਿਆ। ਤਾਂ ਜਿਨ੍ਹਾਂ ਦੇ ਜੀਵਨ ਚੋਂ ਬੇਮੁਖਤਾ ਖਤਮ ਹੋ ਗਈ, ਉਹਨਾਂ ਦੇ ਜੀਵਨ ਵਿੱਚੋਂ ਭਰਮ ਭਟਕਣਾ ਜਿਹੜੀ ਸੀ ਉਹ ਸਦਾ ਲਈ ਮੁੱਕ ਗਈ। ਕਹਿੰਦੇ ਨੇ ਉਹਨਾਂ ਦੇ ਜੀਵਨ ਦੇ ਅੰਦਰ ਦਵੈਸ਼ ਭਾਵਨਾ ਜਿਹੜੀ ਹੈ ਇਹ ਵੀ ਖਤਮ ਹੋ ਜਾਂਦੀ ਹੈ। ਬ੍ਰਹਮ ਗਿਆਨ ਸਾਗਰ ਮਹਾ ਤਿਸ ਕੋ ਸਮੁਹਾਈ। ਜਿਹਦੇ ਅੰਦਰੋਂ ਈਰਖਾ ਵੀ ਖਤਮ ਹੋ ਗਈ, ਨਫ਼ਰਤ ਵੀ ਖਤਮ ਹੋ ਗਈ, ਜਿਹੜਾ ਅੰਦਰੋਂ ਬੇਮੁਖਤਾਈ ਵਾਲੀ ਮੋਹਰ ਲੱਗੀ ਸੀ ਉਹ ਵੀ ਅੰਦਰੋਂ ਮਿਟ ਗਈ। ਹੁਣ ਗੁਰਮੁਖ ਦੀ ਅਵਸਥਾ ਬਣ ਗਈ। ਹੁਣ ਭਰਮ ਵੀ ਅੰਦਰੋਂ ਜਿਹੜਾ ਸੀ ਇਹ ਵੀ ਖਤਮ ਹੋ ਗਿਆ। ਫਿਰ ਕੀ ਹੋਇਆ? ਹੰਕਾਰ ਵੀ ਖਤਮ ਹੋ ਗਿਆ। ਜਦੋਂ ਗੁਰੂ ਪਾਤਸ਼ਾਹ ਦੇ ਮਨ ਕਰਕੇ ਸਨਮੁਖ ਹੋਏ ਤੇ ਗੁਰੂ ਸਾਹਿਬ ਨੇ ਬਾਣੀ ਦਾ ਅੰਦਰ ਜਾਗ ਲਾਇਆ, ਫਿਰ ਕੀ ਹੋਇਆ? ਹੰਕਾਰ ਵੀ ਗਿਆ, ਈਰਖਾ ਵੀ ਗਈ, ਨਫ਼ਰਤ ਵੀ ਗਈ, ਬੇਮੁਖਤਾ ਵੀ ਗਈ ਤੇ ਭਟਕਣਾ ਵੀ, ਇਹ ਸਭ ਕੁਝ ਖਤਮ ਹੋ ਗਿਆ। ਜਦੋਂ ਇਹ ਸਭ ਕੁਝ ਖਤਮ ਹੋਇਆ ਤੇ ਬ੍ਰਹਮ ਗਿਆਨ ਸਾਗਰ ਮਹਾ, ਇਹ ਜਿਹੜਾ ਬ੍ਰਹਮ ਗਿਆਨ ਹੈ ਨਾ, ਇਹ ਮਹਾ ਸਾਗਰ ਦੀ ਤਰ੍ਹਾਂ ਹੈ ਜਿਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਅਸੀਂ ਅਜੇ ਗਿਆਨ ਦੀਆਂ ਗੱਲਾਂ ਕਰ ਰਹੇ ਹਾਂ, ਪਰ ਬ੍ਰਹਮ ਗਿਆਨ ਤੱਕ ਨਹੀਂ ਅਸੀਂ ਪਹੁੰਚ ਪਾਏ। ਇਸ ਲਈ ਅੱਗੇ ਵੀ ਕਿਹਾ ਸੀ ਕਿ ਅਧੂਰਾ ਗਿਆਨ ਕਈ ਤਰ੍ਹਾਂ ਦੇ ਵਿਵਾਦ ਦਾ ਕਾਰਨ ਬਣਦਾ ਹੈ। ਅਸੀਂ ਅੱਜ ਵਿਵਾਦਾਂ 'ਚ, ਝਗੜੇ 'ਚ, ਲੜਾਈਆਂ 'ਚ ਉਲਝੇ ਹੋਏ ਹਾਂ ਕਿਉਂਕਿ ਸਾਨੂੰ ਅਜੇ ਪੂਰਾ ਗਿਆਨ ਨਹੀਂ ਮਿਲਿਆ। ਜਿਸ ਦਿਨ ਪੂਰਾ ਗਿਆਨ ਮਿਲ ਜਾਏਗਾ ਉਸ ਦਿਨ ਮਹਾਸਾਗਰ ਵਿੱਚ ਸਾਡੀ ਸੁਰਤ ਚਲੀ ਜਾਣੀ, ਜਿੱਥੇ ਅੰਤ ਹੀ ਨਹੀਂ ਪਾਇਆ ਜਾ ਸਕਦਾ। ਉੱਥੇ ਤਾਂ ਬਸ ਇਹ ਹੈ ਕਿ ਤੂੰ ਦਰਿਆਓ ਦਾਨਾ ਦੀਨਾ ਮੈਂ ਮਛਲੀ ਕੈਸੇ ਅੰਤ ਲਹਾ। ਮਛਲੀ ਕੌਣ ਹੈ? ਮਨ।
ਦਰਿਆ ਕੌਣ ਹੈ? ਪਰਮੇਸ਼ਵਰ ਵਾਹਿਗੁਰੂ ਅਕਾਲ ਪੁਰਖ। ਇਹ ਵਾਹਿਗੁਰੂ ਤੂੰ ਉਹ ਦਰਿਆ ਹੈ, ਮੈਂ ਮਛਲੀ ਬਣ ਕੇ ਵਿੱਚ ਰਹਿ ਤਾਂ ਸਕਦੀ ਹਾਂ ਪਰ ਤੇਰਾ ਅੰਤ ਨਹੀਂ ਪਾ ਸਕਦੀ। ਹੁਣ ਇੱਥੇ ਕਵੀ ਜੀ ਕਹਿ ਰਹੇ ਆ ਕਿ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਬ੍ਰਹਮ ਗਿਆਨ ਜਿਹੜਾ ਹੁੰਦਾ ਹੈ ਇਹ ਮਹਾਸਾਗਰ ਦੀ ਤਰ੍ਹਾਂ ਹੁੰਦਾ ਹੈ। ਇਸ ਕੇ ਸਮੁਹਾਈ ਜਿਹੜੇ ਬ੍ਰਹਮ ਗਿਆਨ ਹਾਸਲ ਕਰਨ ਵਾਲੇ ਹੁੰਦੇ ਆ ਉਹ ਫਿਰ ਮਹਾਸਾਗਰ ਵਿੱਚ ਜਾ ਕੇ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਹਨ। ਪ੍ਰਾਪਤ ਸਭ ਥਲ ਮੈਂ ਸੁਗਮ ਸੁਰਗਨ ਕੋ ਭਾਈ। ਉਹਨਾਂ ਨੂੰ ਫਿਰ ਸ਼ੁਭ ਗੁਣ, ਐਸੇ ਦੈਵੀ ਗੁਣ ਜਿਨ੍ਹਾਂ ਜਿੱਥੇ ਜਾ ਕੇ ਦਿਵਿਆ ਦ੍ਰਿਸ਼ਟੀ ਹੋ ਜਾਂਦੀ ਹੈ। ਆ ਜਿਹੜੀਆਂ ਅੱਖਾਂ ਨੇ ਤੇ ਮਾਇਆਵੀ ਨੇ ਇਹ ਸੰਸਾਰ ਹੀ ਦੇਖ ਸਕਦੀਆਂ, ਨਿਰੰਕਾਰ ਨਹੀਂ ਦੇਖ ਸਕਦੀਆਂ। ਤੇ ਜਿਹੜੀਆਂ ਮਾਇਆਵੀ ਅੱਖਾਂ ਸੰਸਾਰ ਦੇਖ ਰਹੀਆਂ ਇਹਦੇ 'ਚ ਕੋਈ ਆਪਣਾ ਹੈ, ਕੋਈ ਪਰਾਇਆ ਹੈ, ਕੋਈ ਦੁਸ਼ਮਣ ਹੈ, ਕੋਈ ਮਿੱਤਰ ਹੈ। ਇੱਥੇ ਇਹ ਅੱਖਾਂ ਇਹ ਦੇਖ ਰਹੀਆਂ, ਪਰ ਜਦੋਂ ਗਿਆਨ ਦੇ ਰਾਹੀਂ ਦਿਵਿਆ ਦ੍ਰਿਸ਼ਟੀ ਤੁਹਾਡੇ ਅੰਦਰ ਬਣੇਗੀ ਉਦੋਂ ਤੁਹਾਨੂੰ ਸੰਸਾਰ ਨਹੀਂ ਨਿਰੰਕਾਰ ਦਿਖਾਈ ਦੇਗਾ। ਉਦੋਂ ਫਿਰ ਕਿਹਦੇ ਨਾਲ ਅਸੀਂ ਵੈਰ ਕਰਾਂਗੇ, ਕਿਹੜਾ ਸਾਡਾ ਆਪਣਾ ਤੇ ਕਿਹੜਾ ਪਰਾਇਆ? ਫਿਰ ਉੱਥੇ ਸਾਰੇ ਹੀ ਆਪਣੇ ਨਜ਼ਰ ਆਉਣਗੇ। ਪਰ ਇਹ ਅਵਸਥਾ ਕਿਸੇ ਕਿਸੇ ਨੂੰ ਪ੍ਰਾਪਤ ਹੁੰਦੀ ਹੈ। ਕਹਿੰਦੇ ਨੇ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੋ ਗਈ ਉਹ ਫਿਰ ਦੈਵੀ ਗੁਣਾਂ ਦੇ ਮਾਲਕ ਬਣਦੇ ਆ। ਫਿਰ ਉਹ ਦੁਨੀਆ ਜਿਹੜੇ 15 ਭਗਤ ਬੈਠੇ ਆ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਕੌਣ ਨੇ? ਇਹ ਮਹਾਸਾਗਰ ਵਿੱਚ ਲੀਨ ਹੋਏ ਹੋਏ ਨੇ। ਇਹ ਬ੍ਰਹਮ ਗਿਆਨੀ ਨੇ। ਅਸੀਂ ਇਹਨਾਂ ਨੂੰ ਕਹਿ ਸਕਦੇ ਹਾਂ ਵੀ ਇਹ ਬ੍ਰਹਮ ਗਿਆਨੀ ਨੇ, ਜਿਨ੍ਹਾਂ ਨੇ ਬ੍ਰਹਮ ਗਿਆਨ ਹਾਸਲ ਕਰਕੇ ਉਹ ਮਹਾਸਾਗਰ ਵਿੱਚ ਸਮਾ ਕੇ ਉਹਦੇ ਵਰਗੇ ਹੀ ਹੋ ਗਏ। ਰੋਜ਼ ਜਪਜੀ ਸਾਹਿਬ 'ਚ ਪੜ੍ਹਦੇ ਹਾਂ, ਨਦੀਆਂ ਅਤੇ ਵਾਹ ਪਵਹਿ ਸਮੁੰਦ ਨਾ ਜਾਣੀਏ। ਨਦੀਆਂ ਦਾ ਨਾਮ ਉਹਨਾਂ ਚਿਰ ਹੈ ਜਿੰਨਾ ਚਿਰ ਉਹ ਸਮੁੰਦਰ ਵਿੱਚ ਜਾ ਕੇ ਨਹੀਂ ਰਲਦੀਆਂ। ਨਦੀਆਂ ਤੇ ਨਾਲਿਆਂ ਦੇ ਨਾਮ ਉਹਨਾਂ ਚਿਰ ਨੇ ਜਦੋਂ ਪਵਹਿ ਸਮੁੰਦ, ਜਦੋਂ ਸਮੁੰਦਰ ਵਿੱਚ ਪੈ ਗਈਆਂ ਜਾ ਕੇ ਨਦੀ ਨਾਲੇ, ਉਦੋਂ ਕੋਈ ਉਹਨਾਂ ਦਾ ਨਾਮ ਨਹੀਂ, ਬਸ ਇੱਕੋ ਹੀ ਨਾਮ ਹੈ ਸਮੁੰਦਰ। ਇਸੇ ਤਰ੍ਹਾਂ ਭਗਤ ਜੀ ਕਹਿੰਦੇ ਰਾਮ ਕਬੀਰਾ ਏਕ ਭਇਆ, ਕੋਈ ਨਾ ਸਕੇ ਪਛਾਣੇ। ਕੋਈ ਪਛਾਣ ਹੀ ਨਹੀਂ ਸਕਦਾ ਹੁਣ ਰਾਮ ਕੌਣ ਹੈ ਤੇ ਕਬੀਰ ਕੌਣ ਹੈ, ਇੱਕਮਿਕ ਹੋ ਗਏ। ਇੱਥੇ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਨ ਵਾਲੇ ਸਾਨੂੰ ਸਮਝਾਉਂਦੇ ਆ। ਜਦੋਂ ਭਗਤਾਂ ਨੂੰ ਸਮਝ ਆ ਗਈ ਉਹਨਾਂ ਨੇ ਫਿਰ ਦੁਨੀਆ ਨੂੰ ਸਮਝਾਇਆ ਕਿ ਜੋ ਸਾਨੂੰ ਬ੍ਰਹਮ ਗਿਆਨ ਹਾਸਲ ਕਰਕੇ ਪ੍ਰਾਪਤ ਹੋਇਆ ਉਹ ਦੁਨੀਆ ਨੂੰ ਸਮਝਾਉਂਦੇ ਆ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ, ਹੁਣੇ ਸੰਸਾਰੀ ਬੰਦੇ ਨੂੰ ਨਹੀਂ ਸਮਝ ਆਉਣੀ, ਇਹ ਗੱਲ ਉਹਦੀ ਪਕੜ ਵਿੱਚ ਨਹੀਂ ਆਉਣੀ। ਅਵਲ ਅੱਲਾਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਉਹ ਬੰਦੇ। ਇਹ ਗੱਲ ਬ੍ਰਹਮ ਗਿਆਨ ਰੱਖਣ ਵਾਲੇ ਨੂੰ ਸਮਝ ਆਉਣੀ ਹੈ, ਇਹ ਗੱਲ ਵਿਗਿਆਨ ਨੂੰ ਵੀ ਸਮਝ ਨਹੀਂ ਆਉਣੀ। ਉਹਨੂੰ ਵੀ ਉਹ ਵੀ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹੈ ਕਿਉਂਕਿ ਉਹ ਆਪਣੇ ਗਿਆਨ ਨੂੰ ਲੈ ਕੇ ਚੱਲ ਰਿਹਾ। ਪਰ ਜਿਹੜਾ ਬ੍ਰਹਮ ਗਿਆਨ ਹੈ ਇੱਥੇ ਆਪਣਾ ਗਿਆਨ ਛੱਡਣਾ ਪੈਣਾ। ਆਪ ਜੀ ਗੁਰਬਾਣੀ ਨੂੰ ਸਮਝਣ ਵਾਲਿਓ, ਵਿਗਿਆਨ ਕਹਿੰਦਾ ਵੀ ਮੈਂ ਆਪਣਾ ਗਿਆਨ ਲੈ ਕੇ ਚੱਲਿਆ, ਜੋ ਮੈਂ ਗਿਆਨ ਹਾਸਲ ਕੀਤਾ ਮੈਂ ਆਪਣਾ ਗਿਆਨ, ਤੇ ਬ੍ਰਹਮ ਗਿਆਨ ਵਿੱਚ ਆਪਣਾ ਗਿਆਨ ਛੱਡਣਾ ਪੈਣਾ, ਆਪਣਾ ਗਿਆਨ ਛੱਡ ਕੇ ਚੱਲਣਾ ਪੈਣਾ। ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ। ਜਿਨ੍ਹਾਂ ਨੇ ਬ੍ਰਹਮ ਗਿਆਨ ਹਾਸਲ ਕੀਤਾ ਹੈ ਕਹਿੰਦੇ ਨੇ ਉਹਨਾਂ ਨੂੰ ਉਹ ਦੈਵੀ ਗੁਣ ਮਿਲਦੇ ਆ, ਦਿਵਿਆ ਦ੍ਰਿਸ਼ਟੀ ਉਹਨਾਂ ਦੀ ਹੁੰਦੀ ਹੈ। ਉਹਨਾਂ ਨੂੰ ਹਰ ਸੰਸਾਰ ਵਿੱਚ ਨਿਰੰਕਾਰ ਦੀ, ਕੁਦਰਤ ਵਿੱਚ ਕਾਦਰ ਦੀ ਸਮਝ ਆਉਂਦੀ ਹੈ। ਕੌਣ ਕੌਣ ਗੁਣ ਗੁਰੂ ਗ੍ਰਹਿ ਕਬ ਬਰਨ ਸੁਣਾਵੇ। ਕਬ ਮੈਨੇ ਕਵੀ ਸੰਤੋਖ ਸਿੰਘ ਕਹਿੰਦੇ ਮੈਂ ਕਿਹੜੇ ਕਿਹੜੇ ਗੁਰੂ ਕੇ ਸਿੱਖਾਂ ਦਾ ਜ਼ਿਕਰ ਕਰਾਂ ਤੇ ਕਿਹੜੇ ਕਿਹੜੇ ਗੁਰੂ ਪਾਤਸ਼ਾਹ ਨੇ ਗੁਣ ਦਿੱਤੇ ਨੇ, ਮੈਂ ਕਿਹਨਾਂ ਕਿਹਨਾਂ ਦਾ ਜ਼ਿਕਰ ਕਰਾਂ। ਤੇ ਅਕਸਰ ਦਾਸ ਇਹ ਜ਼ਿਕਰ ਕਰਦਾ ਵੀ ਜਿੱਥੇ ਅੰਤ ਨਾ ਹੋ ਸਕੇ ਉੱਥੇ ਇੱਕੋ ਹੀ ਗੱਲ ਹੁੰਦੀ ਹੈ, ਫਿਰ ਤੇਰੇ ਕਵਨ ਕਵਨ ਗੁਣ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨਾ, ਤੁਮਰੀ ਮਹਿਮਾ ਵਰਨ ਨਾ ਸਕੋ ਤੂੰ ਠਾਕੁਰ ਊਚ ਭਗਵਾਨਾ। ਕਵੀ ਜੀ ਨੇ ਇੰਨਾ ਜ਼ਿਕਰ ਕੀਤਾ, ਕਹਿੰਦੇ ਕੌਣ ਕੌਣ ਗੁਣ ਗੁਰੂ ਕੇ, ਕਿਹੜੇ ਕਿਹੜੇ ਮੈਂ ਗੁਰੂ ਦੇ ਗੁਣ ਵਰਣਨ ਕਰਾਂ। ਵੀ ਗੁਰੂ ਪਾਤਸ਼ਾਹ ਕਿਹੜੇ ਕਿਹੜੇ ਗੁਣ ਸਾਨੂੰ ਦੇ ਕੇ ਸਾਡਾ ਜੀਵਨ ਕਿੰਨਾ ਮਹਾਨ ਬਣਾ ਦਿੰਦੇ ਆ, ਸਾਨੂੰ ਬ੍ਰਹਮ ਗਿਆਨ ਦੇ ਕੇ ਬ੍ਰਹਮ ਵਿੱਚ ਹੀ ਲੀਨ ਕਰ ਦਿੰਦੇ ਆ, ਇੱਕਮਿਕ ਕਰ ਦਿੰਦੇ ਆ। ਕਿਹੜੇ ਕਿਹੜੇ ਗੁਣ ਜਿਹੜੇ ਗੁਰੂ ਨੇ ਬਖਸ਼ੇ ਆ। ਕਵੀ ਸੰਤੋਖ ਸਿੰਘ ਜੀ ਕਹਿੰਦੇ ਵਰਣਨ ਨੂੰ ਸੁਣਾਵਾਂ, ਮੈਂ ਵਰਣਨ ਕਰਕੇ ਕਿਵੇਂ ਸੁਣਾਵਾਂ, ਜ਼ਿੰਦਗੀ ਮੁੱਕ ਜਾਏਗੀ। ਜਿਹੜੇ ਸ਼ਬਦ ਨੇ ਜ਼ੁਬਾਨ ਤੋਂ ਨਿਕਲਣ ਵਾਲੇ ਇਹ ਮੁੱਕ ਜਾਣਗੇ, ਪਰ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣਾਂ ਦਾ ਕੋਈ ਅੰਤ ਨਹੀਂ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਰੋੜਾਂ ਵਾਰ ਵੀ ਕਥਨ ਕਰ ਲਈਏ ਤਾਂ ਵੀ ਅੰਤ ਕੋਈ ਨਹੀਂ ਪੈ ਸਕਦਾ। ਦੂਜੀ ਗੱਲ ਕਮਾਲ ਦੀ ਵੇਖੋ, ਜਿਨ੍ਹਾਂ ਨੇ ਮਹਿਸੂਸ ਕੀਤਾ ਹੈ ਜਾਂ ਜਿਨ੍ਹਾਂ ਨੂੰ ਸਮਝ ਹੈ, ਆਪਾਂ ਗੁਰਬਾਣੀ ਦੇ ਅਰਥ ਕਰੀਏ ਨਾ, ਅੱਜ ਜਿਹੜੇ ਸ਼ਬਦ ਦੇ ਅਰਥ ਆਪਾਂ ਕਰਾਂਗੇ ਉਹਨੂੰ ਕੱਲ ਨੂੰ ਫਿਰ ਦੁਬਾਰਾ ਰਿਪੀਟ ਕਰਨਾ ਹੋਵੇ ਉਹ ਅਰਥ ਸੇਮ ਨਹੀਂ ਹੋਣਗੇ। ਕੱਲ ਅਰਥ ਹੋਰ ਜਿਹੜਾ ਹੋਰ ਗਹਿਰਾਈ ਵਿੱਚ ਜਾਵਾਂਗੇ ਤੇ ਹੋਰ ਬੜਾ ਖਜ਼ਾਨਾ ਮਿਲੇਗਾ, ਬੜਾ ਖਜ਼ਾਨਾ ਮਿਲੇਗਾ। ਇਹ ਉਹ ਖਜ਼ਾਨਾ ਜਿਹੜਾ ਕਦੇ ਨਾ ਮੁੱਕਣ ਵਾਲਾ ਹੈ, ਕਦੇ ਨਾ ਮੁੱਕਣ ਵਾਲਾ। ਜਿੰਨਾ ਜਿੰਨਾ ਗਿਆਨ ਆਉਂਦਾ ਜਾਏਗਾ ਤਿਵੇਂ ਤਿਵੇਂ ਸ਼ਬਦ ਦੇ ਅਰਥ ਹੋਰ ਉੱਭਰ ਕੇ ਸਾਡੇ ਸਾਹਮਣੇ ਆਉਂਦੇ ਜਾਣਗੇ। ਇਹਦਾ ਅੰਤ ਹੀ ਨਹੀਂ ਪੈ ਸਕਦਾ। ਕਿਸੇ ਨੇ ਕਿਹਾ ਵੀ ਬੜੇ ਅਰਥ ਸੁਣ ਲਏ ਹੁਣ ਬਸ ਹੋਰ ਨਹੀਂ, ਜਿੰਨੀ ਵਾਰ ਸੁਣਾਂਗੇ ਉਨੀ ਵਾਰੀ ਆਨੰਦ ਰਸ ਵੱਖਰਾ ਹੀ ਮਿਲੇਗਾ। ਤੋ ਇੱਥੇ ਕਵੀ ਜੀ ਨੇ ਕਿਹਾ ਕਿ ਮੈਂ ਕਿਹੜੇ ਗੁਰੂ ਪਾਤਸ਼ਾਹ ਜੀ ਵੱਲੋਂ ਮਿਲੇ ਹੋਏ ਗੁਣ ਜਿਹੜੇ ਨੇ ਉਹਨਾਂ ਦਾ ਵਿਖਿਆਨ ਕਰਾਂ, ਨਹੀਂ ਹੋ ਸਕਦਾ ਹੈ। ਸ਼ੇਖ ਸ਼ਾਰਦਾ ਕਹਿਣ ਤੇ ਮਨ ਮੈਂ ਸकुचावे। ਜਿਹਨੇ ਬਾਣੀ ਵਿੱਚ ਆਉਂਦਾ ਸ਼ੇਸ਼ ਨਾਗ ਤੇਰੋ ਮਰਮ ਨਾ ਜਾਣਾ, ਜਿਹਦੇ ਇੱਕ ਜੀਵ ਨਹੀਂ ਕਈ ਜੀਵਾਂ ਹੁੰਦੀਆਂ ਨੇ ਜਿਹਦੀਆਂ ਉਹ ਵੀ ਜੇ ਇੱਕੋ ਵਾਰੀ ਕਈ ਨਾਮ ਲੈ ਲਵੇ, ਕਈ ਗੁਣ ਗਾ ਲਵੇ ਤਾਂ ਵੀ ਉਹਦਾ ਅੰਤ ਨਹੀਂ ਪੈ ਸਕਦਾ। ਇੱਥੇ ਕਵੀ ਜੀ ਨੇ ਉਹ ਜ਼ਿਕਰ ਕੀਤਾ ਹੈ। ਨਰਤਨ ਸਾਂਗੀ ਜਿਮ ਤਰਿਓ ਕਰਹਿ ਨਿਭਾਹਣ ਸੋਏ। ਤੋ ਜਿਨ੍ਹਾਂ ਨੇ ਆਪਣਾ ਮਨ ਤੇ ਤਨ ਗੁਰੂ ਨੂੰ ਸਮਰਪਣ ਕੀਤਾ ਹੈ। ਅਸੀਂ ਤਨ ਸਮਰਪਣ ਕਰ ਰਹੇ ਹਾਂ, ਮਨ ਨਹੀਂ ਹੁੰਦਾ। ਮਨ ਸਮਰਪਣ ਕਰਨਾ ਬੜਾ ਔਖਾ ਹੈ, ਪਰ ਜਿਨ੍ਹਾਂ ਨੇ ਆਪਣੇ ਤਨ ਦੇ ਨਾਲ ਨਾਲ ਮਨ ਨੂੰ ਵੀ ਸਮਰਪਣ ਕਰ ਲਿਆ। ਨਰ ਤਨ ਦਾ ਅਰਥ ਹੈ ਸਰੀਰ ਬੋਡੀ, ਔਰ ਨਰ ਦਾ ਅਰਥ ਹੈ ਮਨ ਤੇ ਤਨ ਜਿਹਨੇ ਗੁਰੂ ਨੂੰ ਸਮਰਪਣ ਕੀਤਾ ਹੈ ਅਸਲ ਵਿੱਚ ਉਹ ਗੁਰੂ ਦੇ ਸੰਗੀ ਨੇ, ਗੁਰੂ ਉਹਨਾਂ ਦਾ ਸੰਗੀ ਹੈ। ਉਹ ਗੁਰੂ ਪਾਤਸ਼ਾਹ ਉਹ ਕਹਿ ਸਕਦੇ, ਜਿਨ੍ਹਾਂ ਨੇ ਮਨ ਸਮਰਪਣ ਕੀਤਾ ਨਾ ਉਹ ਕਹਿ ਸਕਦੇ ਆ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ। ਜਿਨ੍ਹਾਂ ਨੇ ਇਕੱਲਾ ਤਨ ਹੀ ਬਾਹਰੋਂ ਹੀ ਮੱਥਾ ਟੇਕਿਆ ਉਹ ਨਹੀਂ ਕਹਿ ਸਕਦੇ, ਉਹ ਤਾਂ ਬਾਹਰ ਨਿਕਲਦਿਆਂ ਗੁਰੂ ਨੂੰ ਭੁੱਲ ਜਾਂਦੇ ਆ। ਉਹ ਤਾਂ ਬਾਹਰ ਨਿਕਲਦੀਆਂ ਹੀ ਕਹਿ ਦਿੰਦੇ ਆ ਗੁਰੂ ਤਾਂ ਗੁਰਦੁਆਰੇ ਅੰਦਰ ਹੀ ਰਹਿ ਗਿਆ, ਬਾਹਰ ਥੋੜੀ ਹੈ। ਪਰ ਜਿਹਨੇ ਮਨ ਅਰਪਣ ਕੀਤਾ ਉਹ ਕਹਿੰਦੇ ਮੈਂ ਜਿੱਥੇ ਮਰਜੀ ਹੋਵਾਂ ਗੁਰ ਮੇਰੇ ਸੰਗ ਸਦਾ ਹੈ ਨਾਲੇ। ਇਹ ਤਨ ਤੇ ਮਨ ਦਾ ਫਰਕ ਹੈ। ਇੱਥੇ ਕਵੀ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਸੰਗਤ ਕੀਤੀ ਉਹਨਾਂ ਨੇ ਫਿਰ ਗੁਰੂ ਦੀ ਮੱਤ ਨਾਲ ਵੀ ਨਿਭਣਾ ਕੀਤਾ, ਭਾਵ ਗੁਰਮਤੀਆਂ ਬਣ ਕੇ ਆਪਣਾ ਜਨਮ ਸਫਲਾ ਕਰਦੇ ਹਨ। ਰੂਪ ਦੁਰਾਵੇ ਪ੍ਰਥਮ ਕੋ ਭਾਵ ਸੰਤੋਖ ਸਿੰਘ ਜੋਏ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਜਿਹੜੇ ਆਪਣਾ ਮਨ ਤਨ ਗੁਰੂ ਨੂੰ ਸਮਰਪਣ ਕਰਦੇ ਆ ਉਹਨਾਂ ਦੇ ਅੰਦਰੋਂ ਦੀ ਕਰੂਪਤਾ ਖਤਮ ਹੋ ਜਾਂਦੀ ਹੈ। ਇਹ ਵੀ ਅੱਗੇ ਜ਼ਿਕਰ ਹੋਇਆ ਕਿ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਜਿਹੜੇ ਲੋਕ ਕੁਥਰਾ ਕਹਿੰਦੇ ਨੇ ਉਹ ਗੁਰੂ ਘਰ ਚ ਸੁਥਰੇ ਨਾਮ ਨਾਲ ਜਾਣੇ ਜਾਂਦੇ ਆ। ਜਿਨ੍ਹਾਂ ਨੂੰ ਕੁਥਰਾ ਲੋਕ ਕਹਿੰਦੇ, ਕੁਥਰਾ ਤੋਂ ਬਾਅਦ ਜਿਹਦੀ ਸ਼ਕਲ ਬੇਟੰਗੀ ਆ, ਆਖਿਆ ਵੀ ਇਹਦਾ ਮੂੰਹ ਤੇ ਵਿੰਗਾ ਟੇਢਾ ਹੈ। ਅਸੀਂ ਬਾਹਰ ਦੀਆਂ ਸ਼ਕਲਾਂ ਵੇਖਦੇ ਹਾਂ, ਅੰਦਰ ਦੀਆਂ ਨਹੀਂ। ਅੰਦਰ ਦੀਆਂ ਸ਼ਕਲਾਂ ਵੇਖੋ, ਅੰਦਰ ਤੇ ਕਰੂਪਤਾ, ਅੰਦਰ ਸ਼ੈਤਾਨ, ਅੰਦਰ ਪਤਾ ਨਹੀਂ ਕੀ ਕੁਝ ਬਣਿਆ ਪਿਆ ਸਾਡੇ। ਬਾਹਰ ਦੀਆਂ ਸ਼ਕਲਾਂ ਨਹੀਂ, ਅੰਦਰ ਦੀਆਂ ਵੇਖਾਂਗੇ ਤੇ ਕਦੇ ਮਾਰ ਨਹੀਂ ਖਾਵਾਂਗੇ, ਕਦੇ ਧੋਖਾ ਨਹੀਂ ਖਾਵਾਂਗੇ, ਕਦੇ ਸਾਡੇ ਦਿਲ ਨੂੰ ਗਹਿਰੀ ਚੋਟ ਨਹੀਂ ਲੱਗੇਗੀ, ਪਰ ਅਸੀਂ ਬਾਹਰ ਦੀਆਂ ਸ਼ਕਲਾਂ ਹੀ ਵੇਖਦੇ ਹਾਂ। ਇਸ ਲਈ ਜਿਹੜੇ ਤਾਂ ਅੰਦਰੋਂ
ਕਰੂਪਤਾ ਦੇ ਨਾਲ ਭਰੇ ਨੇ, ਗੁਰੂ ਸਾਹਿਬ ਦੇ ਦਰ ਤੇ ਆਉਂਦੇ ਆ, ਗੁਰੂ ਸਾਹਿਬ ਉਹਨਾਂ ਨੂੰ ਗੁਰਬਾਣੀ ਰਾਹੀਂ ਅੰਦਰੋਂ ਸੁੰਦਰ ਬਣਾਉਂਦੇ ਆ। ਸ਼ਬਦ ਨਾਲ ਅਸੀਂ ਆਪਣੇ ਅੰਦਰ ਨੂੰ ਸੁੰਦਰ ਬਣਾਉਣਾ ਹੈ, ਸੁਰਤ ਮਤ ਮਨ ਬੁੱਧ ਨੂੰ ਘੜ ਕੇ। ਜਿਹਨੇ ਸ਼ਬਦ ਦੀ ਟਕਸਾਲ ਵਿੱਚ ਆਪਣੇ ਅੰਦਰ ਨੂੰ ਘੜਿਆ, ਉਹਦੀ ਸੁੰਦਰਤਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ, ਬਾਹਰ ਦੀ ਨਹੀਂ, ਅੰਦਰ ਦੇ ਜੀਵਨ ਦੀ ਸੁੰਦਰਤਾ। ਕਿਉਂਕਿ ਸਹੀ ਜਨ ਸੋਹਣੇ, ਉਹ ਜਨ ਸੋਹਣੇ ਨੇ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਸੁੰਦਰ ਬਣਾ ਲਿਆ ਹੈ। ਬਾਹਰ ਦੀ ਸ਼ਕਲ ਸੁੰਦਰ ਕੀ ਕਰੋਗੇ ਜੇ ਮਨ ਵਿੱਚ ਵਿਕਾਰ, ਮਨ 'ਚ ਬੁਰਾਈਆਂ ਚੱਲ ਰਹੀਆਂ ਨੇ। ਇਸ ਲਈ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਦਰ ਤੇ ਆ ਕੇ ਆਪਣਾ ਸਮਰਪਣ ਕੀਤਾ, ਆਪਣਾ ਆਪਾ, ਉਹਨਾਂ ਦੇ ਅੰਦਰ ਸ਼ੁਭ ਗੁਣਾਂ ਦੇ ਨਾਲ ਜੀਵਨ ਸੁੰਦਰ ਬਣ ਜਾਂਦਾ ਹੈ। ਨਿਤ ਪ੍ਰਤਾਪ ਅਰ ਸੋਜਸ ਕੋ ਸੁਣ ਸੁਣ ਪ੍ਰੀਤੀਆ ਕਾਣ। ਹੁਣ ਆਪਣੀ ਸੁਰਤ ਲੈ ਚੱਲੋ ਅੰਮ੍ਰਿਤਸਰ ਸਿਫਤੀ ਦੇ ਘਰ ਤੋਂ ਪ੍ਰੀਤੀ ਚੰਦ ਦੇ ਵੱਲ। ਹੁਣ ਜਿੰਨਾ ਵੀ ਰੰਗ ਲੱਗ ਰਿਹਾ ਅੰਮ੍ਰਿਤਸਰ ਸਿਫਤੀ ਦੇ ਘਰ ਵਿੱਚ, ਜਿੰਨੀ ਵੀ ਬਖਸ਼ਿਸ਼ਾਂ ਵਰਤ ਰਹੀਆਂ, ਜਿੰਨੇ ਭਗਤੀ ਦੇ ਰੰਗ ਲੱਗ ਰਹੇ, ਜਿੰਨੇ ਵੀ ਨਾਮ ਦੀ ਕਮਾਈ ਵਾਲੇ ਆ, ਇਹਨਾਂ ਦੇ ਜਿਹੜੇ ਜੀਵਨ ਨੇ, ਜਿਹੜਾ ਨਿਤ ਪ੍ਰਤਾਪ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਘਰ ਦਾ ਵਰਤ ਰਿਹਾ ਹੈ, ਵੱਧ ਰਿਹਾ ਹੈ। ਨਿਤ ਪ੍ਰਤਾਪ ਅਰ ਸੁਜਸ ਕੋ, ਗੁਰੂ ਪਾਤਸ਼ਾਹ ਜੀ ਦਾ ਜਸ ਵੱਧ ਰਿਹਾ ਹੈ ਤੇ ਗੁਰੂ ਸਾਹਿਬ ਦੇ ਦਰ ਤੇ ਆਉਣ ਵਾਲੀਆਂ ਸੰਗਤਾਂ ਨਾਮ ਰੰਗ ਵਿੱਚ ਰੰਗ ਰਹੀਆਂ, ਪ੍ਰਤਾਪ ਵੱਧ ਰਿਹਾ। ਸੁਣ ਸੁਣ ਪ੍ਰੀਤੀਆ ਕਾਨ, ਜਦੋਂ ਜਾਂਦੇ ਆ ਨਾ ਪ੍ਰੀਤੀ ਚੰਦ ਕੋਲ, ਉਹਨੂੰ ਜਾ ਕੇ ਸੁਣਾਉਂਦੇ ਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰ ਦਾ ਪ੍ਰਤਾਪ ਬੜਾ ਹੀ ਵੱਧ ਰਿਹਾ। ਉੱਥੇ ਤੇ ਸੰਗਤਾਂ ਅੱਗੇ ਨਾਲੋਂ ਵੀ ਵੱਧ ਆ ਰਹੀਆਂ ਨੇ, ਉੱਥੇ ਤੇ ਬੜੇ ਨਾਮ ਦੇ ਰੰਗ ਲੱਗ ਰਹੇ, ਬੜੀਆਂ ਸੇਵਾਵਾਂ ਚੱਲ ਰਹੀਆਂ। ਜਦੋਂ ਪ੍ਰੀਤੀ ਚੰਦ ਇਹ ਗੁਰੂ ਉਸਤਤ ਸੁਣਦਾ ਹੈ, ਆਉਤ ਬਿਸਰਤ ਦੁਖਤ ਹੈ ਰੁਚੈ ਨਾ ਭੋਜਨ ਖਾਣ। ਹੁਣ ਜਿਹਦੇ ਮਨ ਵਿੱਚ ਈਰਖਾ ਹੋਏਗੀ ਉਹ ਉਸਤਤ ਕਿੱਥੋਂ ਸੁਣ ਲੇਗਾ? ਜਿਹਦੇ ਮਨ ਵਿੱਚ ਨਫ਼ਰਤ ਹੋਏਗੀ ਉਹ ਕਿਸੇ ਦੀ ਵਡਿਆਈ ਕਿੱਥੋਂ ਸੁਣ ਲੇਗਾ? ਜਿਹਦੇ ਅੰਦਰ ਹੰਕਾਰ ਭਰਿਆ ਹੋਏਗਾ ਉਹ ਕਿਸੇ ਦੂਜੇ ਦੀ ਉਸਤਤ ਸੁਣ, ਭਾਵੇਂ ਕੋਈ ਆਪਣਾ ਸਗਾ ਹੀ ਕਿਉਂ ਨਾ ਹੋਵੇ, ਉਹਦੀ ਵੀ ਉਹ ਵਡਿਆਈ ਨਹੀਂ ਸੁਣ ਸਕਦਾ। ਜੜ ਬਲ ਜਾਏਗਾ, ਅੰਦਰੋਂ ਈਰਖਾ ਵਿੱਚ ਸੜ ਜਾਏਗਾ ਕਿ ਮੇਰੇ ਤੋਂ ਇਲਾਵਾ ਕਿਸੇ ਦੀ ਹੋਰ ਵਡਿਆਈ ਨਹੀਂ ਹੋਣੀ ਚਾਹੀਦੀ, ਮੇਰੇ ਤੋਂ ਸਿਵਾ ਕਿਸੇ ਹੋਰ ਦੀ ਉਸਤਤ ਨਹੀਂ ਹੋਣੀ ਚਾਹੀਦੀ। ਹੁਣ ਇਹਦੇ ਅੰਦਰ ਭਰੀ ਆ ਈਰਖਾ, ਇਹਦੇ ਅੰਦਰ ਹੈ ਨਫ਼ਰਤ, ਇਹਦੇ ਅੰਦਰ ਹੈ ਹੰਕਾਰ। ਕਹਿੰਦੇ ਉਹ ਜਦੋਂ ਸੁਣਦਾ ਨਾ ਤੇ ਬੜਾ ਅੰਦਰੋਂ ਸੜ ਬਲ ਜਾਂਦਾ ਹੈ। ਤੇ ਜਦੋਂ ਅੰਦਰੋਂ ਸੜ ਬਲ ਜਾਂਦਾ ਹੈ, ਜਿਸ ਦਿਨ ਆ ਕੇ ਇਹਦੇ ਕੰਨਾਂ 'ਚ ਇਹ ਬੋਲ ਪੈਂਦੇ ਆ ਕਿ ਗੁਰੂ ਅਰਜਨ ਦੇਵ ਜੀ ਦਾ ਪ੍ਰਤਾਪ ਅੱਗੇ ਨਾਲੋਂ ਵੀ ਵੱਧ ਗਿਆ, ਉਸ ਦਿਨ ਫਿਰ ਇਹਨੂੰ ਭੁੱਖ ਨਹੀਂ ਲੱਗਦੀ, ਉਸ ਦਿਨ ਫਿਰ ਰੋਟੀ ਨਹੀਂ ਖਾਂਦਾ, ਸੜਿਆ ਬਲਿਆ ਰਹਿੰਦਾ, ਦੁਖੀ ਰਹਿੰਦਾ। ਉਸ ਦਿਨ ਫਿਰ ਕਹਿੰਦੇ ਇਹਨੂੰ ਖਾਣਾ ਪੂਣਾ ਵੀ ਭੁੱਲ ਜਾਂਦਾ ਹੈ। ਸੋ ਜਸ ਗੁਰੂ ਕੋ ਕਿਰਤ ਸਮਝਾਨੋ। ਕਹਿੰਦੇ ਗੁਰੂ ਪਾਤਸ਼ਾਹ ਦਾ ਜਸ ਪਤਾ ਕਿਵੇਂ ਹੈ? ਘਿਓ ਦੇ ਸਮਾਨ, ਅੰਦਰ ਅੱਗ ਬਲ ਰਹੀ ਹੈ ਨਾ ਈਰਖਾ ਦੀ, ਤੇ ਜਦੋਂ ਕੋਈ ਇਹਨੂੰ ਉਸਤਤ ਸੁਣਾਉਂਦਾ ਤੇ ਇਦਾਂ ਲੱਗਦਾ ਜਿਵੇਂ ਬਲਦੀ ਅੱਗ ਤੇ ਘਿਓ ਪਾ ਦਿੱਤਾ ਕਿਸੇ ਨੇ, ਹੋਰ ਅੰਦਰ ਈਰਖਾ ਤੇਜ਼ ਹੋ ਜਾਂਦੀ ਹੈ, ਤੇ ਹੋਰ ਅੰਦਰੋਂ ਸੜ ਬਲ ਜਾਂਦਾ ਹੈ। ਗੁਰੂ ਪਾਤਸ਼ਾਹ ਜੀ ਦਾ ਜਸ ਇਹਦੇ ਲਈ ਇਸ ਤਰ੍ਹਾਂ ਹੈ, ਘਰਿਤ ਸਮਝਾਨੋ। ਘਰਿਤ ਮਨ ਘਿਓ, ਜਿਵੇਂ ਇਹਦੀ ਬਲਦੀ ਅੱਗ ਤੇ ਘਿਓ ਕਿਸੇ ਨੇ ਪਾ ਦਿੱਤਾ ਹੋਵੇ। ਜਰੇ ਉਤਾਸ਼ਨ ਹੋਏ, ਤੇ ਜਦੋਂ ਇਹ ਅੰਦਰੋਂ ਸੜਦਾ ਹੈ, ਹੁਣ ਜਦੋਂ ਸੇਕ ਲੱਗੇਗਾ ਤੇ ਫਿਰ ਬੰਦਾ ਤੇ ਤੜਪੇਗਾ ਨਾ। ਜਦੋਂ ਅੰਦਰ ਈਰਖਾ ਦੀ ਅਗਨੀ ਵਿੱਚ ਸੜਦਾ ਹੈ, ਨਫ਼ਰਤ ਦੀ ਅੱਗ ਵਿੱਚ ਇਹ ਅੰਦਰੋਂ ਸੜਦਾ ਹੈ, ਬੜਾ ਦੁਖੀ ਹੁੰਦਾ ਹੈ। ਗੁਰੂ ਪਾਤਸ਼ਾਹ ਦੀ ਵਡਿਆਈ ਸੁਣ ਸੁਣ ਕੇ ਬੜਾ ਅੰਦਰੋਂ ਕਹਿੰਦੇ ਦੁਖੀ ਹੋ ਰਿਹਾ ਹੈ। ਗੁਰਕੀਰਤ ਬਰਖਾ ਜਿਮ ਪਾਵਸ ਹਿਰਦਾ ਬਵਾਸੋ ਜਰ ਹੋਏ। ਕਹਿੰਦੇ ਜਿਵੇਂ ਜਵਾਹਾਂ ਹੁੰਦੀਆਂ ਨਾ, ਜੇ ਕਿਤੇ ਬਰਸਾਤ ਜ਼ਿਆਦਾ ਹੋ ਜਾਏ ਤੇ ਉਹ ਸੜ ਜਾਂਦੀ ਹੈ, ਇਸੇ ਤਰ੍ਹਾਂ ਗੁਰੂ ਪਾਤਸ਼ਾਹ ਦੀ ਵਡਿਆਈ ਦਾ ਜਦੋਂ ਬਰਖਾ ਮੀਂਹ ਪੈਂਦਾ ਤੇ ਇਹ ਵੀ ਅੰਦਰੋਂ ਸੜ ਜਾਂਦਾ ਹੈ। ਹੁਣ ਬਰਸਾਤ ਵਿੱਚ ਤੇ ਸਗੋਂ ਰਾਹਤ ਮਿਲਣੀ ਚਾਹੀਦੀ ਸੀ, ਪਰ ਹੋਇਆ ਕੀ? ਇਹ ਅੰਦਰੋਂ ਸੜ ਬਲ ਜਾਂਦਾ ਹੈ। ਚਿੰਤਾ ਸਰਿਤਾ ਕਰੈ ਬਦਾਵਣ ਭਇਓ ਜਾਤ ਮਨ ਥਿਰੈ ਨਾ ਕੋਏ। ਚਿੰਤਾ ਦੀ ਨਦੀ ਵਿੱਚ ਰੁੜਿਆ ਜਾਂਦਾ ਹੈ ਅੰਦਰੋਂ, ਟਿਕਾ ਕੋਈ ਨਹੀਂ ਆਉਂਦਾ ਪਿਆ, ਭੁੱਖ ਨਹੀਂ ਲੱਗਦੀ, ਰੋਟੀ ਖਾਣ ਨੂੰ ਚਿੱਤ ਨਹੀਂ ਕਰਦਾ ਪਿਆ। ਉਹ ਚਿੰਤਾ ਵੱਧ ਗਈ, ਚਿੰਤਾ ਇਦਾਂ ਵੱਧ ਗਈ ਜਿਵੇਂ ਨਦੀ ਦਾ ਜਿਹੜਾ ਪਾਣੀ ਆ ਇਹ ਤੇਜ਼ ਹੋ ਗਿਆ ਹੋਵੇ, ਉਹਦੇ ਵਿੱਚ ਕਹਿੰਦੇ ਰੁੜਦਾ ਜਾਂਦਾ ਪਿਆ, ਟਿਕਾ ਨਹੀਂ, ਮਨ ਥਿਰੈ ਨਾ ਕੋਏ, ਮਨ ਵਿੱਚ ਟਿਕਾ ਜਿਹੜਾ ਇਹਦੇ ਨਹੀਂ ਬਣ ਰਿਹਾ। ਸੰਕਟ ਨੀਰ ਵਧੈ ਨਿਤ ਪ੍ਰਤ ਹੀ ਤਟ ਨਿਸ਼ਚਿਤ ਨ ਪਾਵਤ ਸੋਏ। ਹੁਣ ਜਿੰਨੀ ਚਿੰਤਾ ਵੱਧਦੀ ਹੈ, ਜਿੰਨੀ ਚਿੰਤਾ ਵਿੱਚ ਰੁੜਿਆ ਜਾਂਦਾ ਹੈ, ਉਨਾ ਭਾਰੀ ਸੰਕਟ ਮਹਿਸੂਸ ਕਰਦਾ ਹੈ ਕਿ ਪਤਾ ਨਹੀਂ ਮੈਨੂੰ ਕਿ ਮੇਰੇ ਉੱਤੇ ਕਿੰਨਾ ਭਾਰੀ ਸੰਕਟ ਆ ਬਣਿਆ, ਜਿਹਦੇ ਵਿੱਚੋਂ ਨਿਕਲਣਾ ਮੇਰੇ ਵਾਸਤੇ ਬੜਾ ਔਖਾ ਹੈ। ਉਸ ਚਿੰਤਾ ਨੇ ਇਹਦੇ ਅੰਦਰ ਇਹ ਅਵਸਥਾ ਬਣਾਤੀ ਕਿ ਮੇਰੇ ਤੇ ਉੱਤੇ ਬੜਾ ਭਾਰੀ ਸੰਕਟ ਪੈ ਗਿਆ। ਹੁਣ ਉਹ ਜਦੋਂ ਇਹ ਮਹਿਸੂਸ ਕਰਦਾ ਤੇ ਹਾਲਤ ਇਹਦੀ ਹੋਰ ਵਿਗੜ ਜਾਂਦੀ ਹੈ। ਜਦੋਂ ਇਹਦੀ ਹਾਲਤ ਹੋਰ ਵਿਗੜਦੀ ਹੈ, ਫਿਰ ਜੇ ਮਨ ਦੇ ਨਾਲ ਤਨ ਵੀ ਜਿਹੜਾ ਉਹਨੂੰ ਟਿਕਾ ਨਹੀਂ ਆਉਂਦਾ। ਹੇਰ ਹੇਰ ਪਤ ਕੋ ਮੁਖ ਕਰਮੋ ਧੀਰਜ ਦੇਤ ਨਾ ਕਰੀਐ ਚਿੰਤ। ਜਦੋਂ ਇਹਦੀ ਹਾਲਤ ਵਿਗੜਦੀ ਹੈ ਨਾ, ਕੁਝ ਹਾਲਤ ਅਸੀਂ ਆਪ ਹੀ ਵਿਗਾੜ ਲੈਂਦੇ ਹਾਂ, ਚੰਗੇ ਭਲੇ ਹੁੰਦੇ ਆ ਪਰ ਹਾਲਤ ਅਸੀਂ ਆਪ ਹੀ ਵਿਗਾੜ ਲੈਂਦੇ ਹਾਂ। ਪਤਾ ਕਿਉਂ? ਦੂਜਿਆਂ ਦੀਆਂ ਖੁਸ਼ੀਆਂ ਵੇਖ ਕੇ, ਦੂਜਿਆਂ ਦੇ ਸੁੱਖ ਵੇਖ ਕੇ, ਦੂਜਿਆਂ ਨੂੰ ਹੱਸਦਾ ਵੇਖ ਕੇ ਇੰਨਾ ਸਾੜਾ ਪੈਦਾ ਹੁੰਦਾ ਹੈ, ਚੰਗਾ ਭਲਾ ਜੀਵਨ ਹੁੰਦਾ ਹੈ, ਉਸ ਅੱਗ ਵਿੱਚ ਝੁਲਸ ਜਾਂਦਾ ਹੈ। ਚਿੰਤਾਵਾਂ ਕੁਝ ਅਸੀਂ ਬੇਲੋੜੀਆਂ ਹੀ ਅੰਦਰ ਪਾਲ ਕੇ ਬੈਠੇ ਹਾਂ, ਲੋੜ ਨਹੀਂ ਸੀ ਪਰ ਪਾਲ ਲਈਆਂ, ਕਿਉਂਕਿ ਦੂਜਿਆਂ ਦੀਆਂ ਖੁਸ਼ੀਆਂ, ਦੂਜਿਆਂ ਦਾ ਹਾਸਾ ਬਰਦਾਸ਼ਤ ਨਹੀਂ ਹੁੰਦਾ। ਹੁਣ ਇਹਦੀ ਹਾਲਤ ਵੀ ਇਸੇ ਤਰ੍ਹਾਂ ਹੀ ਹੈ, ਕਮੀ ਕਿਸੇ ਚੀਜ਼ ਦੀ ਵੀ ਨਹੀਂ ਸੀ ਆਉਣੀ, ਪਰ ਇਹ ਮਨ ਬੇਈਮਾਨ ਹੋ ਕਰਕੇ, ਮਨ ਵਿੱਚ ਹੰਕਾਰ ਹੋਣ ਕਰਕੇ ਅੱਜ ਇਹਦੀ ਹਾਲਤ ਇਹ ਹੋਈ ਹੈ। ਅੱਜ ਜਦੋਂ ਉਸਤਤ ਸੁਣੀ ਤੇ ਸਾਰਾ ਦਿਨ ਇਹਨੇ ਰੋਟੀ ਨਹੀਂ ਖਾਧੀ, ਸਾਰਾ ਦਿਨ ਰੋਟੀ ਨਾ ਖਾਧੀ, ਹਾਲਤ ਵਿਗੜ ਗਈ। ਕੱਲ ਫਿਰ ਅਗਲਾ ਦਿਨ ਆਇਆ, ਰੋਟੀ ਨਹੀਂ ਖਾਧੀ, ਫਿਰ ਚਿੰਤਾ 'ਚ ਰਾਤ ਨੀਂਦ ਕੋਈ ਨਹੀਂ ਆਈ, ਨਾ ਭੁੱਖ ਲੱਗਦੀ ਨਾ ਨੀਂਦ ਆਉਂਦੀ ਪਈ ਆ। ਕਹਿੰਦੇ ਕਰਮੋਂ ਨੇ, ਇਹਦੀ ਜਿਹੜੀ ਘਰ ਵਾਲੀ ਆ ਪ੍ਰੀਤੀ ਚੰਦ, ਇਹਨੇ ਜਦੋਂ ਆਪਣੀ ਪਤੀ ਦੀ ਹਾਲਤ ਵੇਖੀ ਵੀ ਜੇ ਇਦਾਂ ਹੀ ਰਿਹਾ ਤੇ ਇਹਦੀ ਹਾਲਤ ਵਿਗੜ ਜਾਣੀ ਆ, ਉਹਨੂੰ ਹੁਣ ਧੀਰਜ ਦਿੰਦੀ ਆ। ਆਪਣੇ ਪਤੀ ਨੂੰ ਹੇਰ ਹੇਰ ਪਤ ਮੁਖ, ਆਪਣੇ ਪਤੀ ਦਾ ਮੁਖ ਮੁਰਝਾਇਆ ਹੋਇਆ ਵੇਖ ਕੇ, ਚਿੰਤਾ ਫਿਕਰ ਵਿੱਚ ਡੁੱਬਿਆ ਹੋਇਆ ਵੇਖ ਕੇ ਕਰਮੋਂ ਧੀਰਜ ਦੇਤ, ਉਹਨੂੰ ਧੀਰਜ ਦਿੰਦੀ ਆ, ਉਹਨੂੰ ਸਮਝਾਉਂਦੀ ਹੈ। ਤਨ ਕੋ ਭਖਿਅਤ ਹੈ ਨਿਸ ਦਿਨ ਮੈਂ ਅਤ ਦੁਰਬਲਤਾ ਤੁਮੈ ਕਰੰਤ। ਕਹਿੰਦੇ ਜੇ ਪਤੀ ਆਪਣੇ ਪਤੀ ਪ੍ਰੀਤੀ ਚੰਦ ਨੂੰ ਕਹਿ ਰਹੀ ਮੇਰੇ ਸਿਰ ਦੇ ਸਾਈਆਂ, ਜੇ ਤੂੰ ਇਸ ਤਰ੍ਹਾਂ ਭੋਜਨ ਛੱਡ ਦੇਂਗਾ, ਨਹੀਂ ਸੋਏਗਾ ਤੇ ਤੇਰੇ ਸਰੀਰ ਦਾ ਬੈਲੈਂਸ ਵਿਗੜ ਜਾਣਾ, ਤੇਰਾ ਸਰੀਰ ਕਮਜ਼ੋਰ ਹੋ ਜਾਣਾ, ਦੁਰਬਲਤਾ ਭਾਵ ਸਰੀਰ ਕਮਜ਼ੋਰ ਲਿੱਸਾ ਹੋ ਜਾਣਾ, ਫਿਰ ਤੂੰ ਮੰਜੇ ਤੇ ਪੈ ਜਾਏਗਾ। ਇਹ ਤੂੰ ਇਹ ਕੁਝ ਵੀ ਖਾਦਾ ਪੀਤਾ ਨਾ, ਤੇ ਆਉਣ ਵਾਲੇ ਟਾਈਮ ਦੇ ਵਿੱਚ ਤੇਰੇ ਸਰੀਰ ਦੇ ਵਿੱਚ ਰੋਗ ਲੱਗ ਜਾਵਣਗੇ। ਰੁਚ ਸੋ ਖਾਨ ਪਾਨ ਨਾ ਕਰਤੇ ਉਰ ਕੋ ਹਰਖ ਮਾਨ ਤੰਤ। ਕਹਿੰਦੇ ਨੇ ਰੁਚ ਸੋ ਖਾਨ ਪਾਨ ਨਾ ਕਰਤੇ, ਭਾਵ ਕੀ ਰੱਜ ਕੇ ਨਾ ਖਾਂਦੇ ਹੋ, ਨਾ ਤੁਸੀਂ ਪੀਂਦੇ ਹੋ, ਨਾ ਖਾਣਾ ਪੀਣਾ ਬਿਲਕੁਲ ਛੱਡ ਦਿੱਤਾ ਹੈ। ਇਸ ਲਈ ਕੀ ਹੋਏਗਾ? ਕੁਝ ਨਹੀਂ ਹੋਣਾ ਇਹਦੇ ਨਾਲ। ਆਪਾਂ ਨੂੰ ਕੁਝ ਸੋਚਣਾ ਪੈਣਾ, ਕੋਈ ਪਲੈਨਿੰਗ ਕਰਨੀ ਪੈਣੀ ਆ। ਭੋਜਨ ਛੱਡਣ ਦੇ ਨਾਲ ਕੁਝ ਨਹੀਂ ਹੋਣਾ, ਇਸ ਲਈ ਰੱਜ ਕੇ ਖਾਓ, ਨਹੀਂ ਤਾਂ ਤੁਹਾਡਾ ਸਰੀਰ ਕਮਜ਼ੋਰ ਪੈ ਜਾਵੇਗਾ। ਚਿੰਤਾ ਸਮ ਬੈਰੀ ਨਾ ਦੂਸਰ ਅੰਤਰ ਭਰ ਕੇ ਦੁੱਖ ਵਰਤੰਤ। ਚਿੰਤਾ ਸਮ ਬੈਰੀ ਨਾ ਦੂਸਰ, ਆ ਜਿਹੜੀ ਤੁਸੀਂ ਚਿੰਤਾ ਲਾ ਕੇ ਬੈਠੇ ਹੋ ਨਾ ਅੰਦਰ, ਇਹ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਤੇ ਇਹੀ ਹੈ। ਲੱਕੜ ਬਾਹਰੋਂ ਦੇਖਣ ਨੂੰ ਬੜੀ ਚੰਗੀ ਲੱਗਦੀ ਹੈ, ਜੇ ਕਿਤੇ ਅੰਦਰ ਕੀੜਾ ਲੱਗ ਜਾਏ ਨਾ, ਅੰਦਰੋਂ ਅੰਦਰ ਖੋਖਲੀ ਹੋ ਜਾਂਦੀ ਹੈ, ਖਾ ਜਾਂਦਾ ਹੈ ਕੀੜਾ। ਇਹ ਚਿੰਤਾ ਵੀ ਸਾਡੇ ਅੰਦਰ ਇੱਕ ਕੀੜਾ ਹੈ।
ਗੁਰਬਾਣੀ ਇਸੇ ਲਈ ਦਿੱਤੀ ਸੀ ਵੀ ਗੁਰਬਾਣੀ ਧੀਰਜ ਦਿੰਦੀ ਹੈ, ਹੌਸਲਾ ਦਿੰਦੀ ਹੈ। ਇਹ ਅੰਦਰੋਂ ਚਿੰਤਾ ਦੇ ਕੀੜੇ ਨੂੰ ਮਾਰਦੀ ਹੈ ਗੁਰਬਾਣੀ, ਪਰ ਜੇ ਮਨ ਕਰਕੇ ਇਹਨੂੰ ਪੜ੍ਹਿਆ ਸੁਣਿਆ ਜਾਵੇ ਤਾਂ ਕਹਿਣ ਲੱਗੀ ਇਹ ਚਿੰਤਾ ਤੁਹਾਡੇ ਅੰਦਰ ਜਿਹੜੀ ਹੈ ਨਾ, ਇਹ ਤੁਹਾਡਾ ਅਸਲ ਦੁਸ਼ਮਣ ਤੇ ਜਿਹੜਾ ਇਹ ਹੈ ਚਿੰਤਾ ਸਮਬੈਰੀ ਨਾ ਦੂਸਰ ਅੰਤਰ ਵਰਕ ਹੈ ਦੁੱਖ ਵਰਧੰਤਰ। ਆ ਜਿਹੜਾ ਚਿੰਤਾ ਤੁਹਾਡੇ ਅੰਦਰ ਵੜ ਗਈ ਨਾ, ਇਹ ਤੁਹਾਡੇ ਦੁੱਖ ਨੂੰ ਘਟਾਏਗੀ ਨਹੀਂ, ਸਗੋਂ ਤੁਹਾਡਾ ਦੁੱਖ ਅੱਗੇ ਨਾਲੋਂ ਹੋਰ ਵੱਧ ਜਾਵੇਗਾ। ਕਤਨ ਅਨੇਕ ਕਰੋ ਜਿਤ ਉਦਮ ਮਿੱਤਰ ਨਾ ਕੋ ਉਤਸ਼ਾਹ ਸਮਾਨ। ਕਹਿੰਦੇ ਨੇ ਯਤਨ ਕਰੋ, ਹੱਥ ਤੇ ਹੱਥ ਧਰ ਕੇ ਗੱਲ ਨਹੀਂ ਬਣਨੀ, ਇਦਾਂ ਸੋਚਾਂ ਵਿੱਚ ਡੁੱਬਿਆਂ ਗੱਲ ਨਹੀਂ ਬਣਨੀ, ਭੋਜਨ ਛੱਡ ਕੇ ਗੱਲ ਨਹੀਂ ਬਣਨੀ, ਆਪਣਾ ਆਪ ਵਿਗਾੜ ਲੋਗੇ, ਕਿਸੇ ਦਾ ਕੀ ਜਾਣੇ। ਇਸ ਲਈ ਜਿਹੜਾ ਤੁਹਾਨੂੰ ਉਤਸ਼ਾਹਤ ਕਰੇ, ਜਿਹੜਾ ਤੁਹਾਨੂੰ ਹੌਸਲਾ ਦੇਵੇ, ਉਹ ਸਭ ਤੋਂ ਵੱਡਾ ਮਿੱਤਰ ਹੁੰਦਾ ਹੈ। ਸੁਲਹੀ ਹੁਤੋ ਸਹਾਇਕ ਮਰਿਗਾ ਅਬ ਚੰਦੂ ਵੱਡ ਸ਼ਾਹ ਦੀਵਾਨ। ਹੁਣ ਉਹ ਸਮਝਾ ਰਹੀ ਆ, ਜੇ ਇਹ ਵੀ ਕਿਤੇ ਚੰਗੀ ਹੁੰਦੀ ਨਾ ਤੇ ਇਹ ਵੀ ਕਿਤੇ ਪ੍ਰਿਥੀ ਚੰਦ ਨੂੰ ਪਹਿਲਾਂ ਸਮਝਾ ਲੈਂਦੀ ਤੇ ਇਹਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਘਰ ਤੋਂ ਜਾਣਾ ਹੀ ਨਹੀਂ ਸੀ ਪੈਣਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਤੋਂ ਨਾਤਾ ਤੋੜਨਾ ਹੀ ਨਹੀਂ ਸੀ ਪੈਣਾ। ਹੁਣ ਪ੍ਰਿਥੀ ਚੰਦ ਦੀ ਵੀ ਸੋਚ ਇਦਾਂ ਦੀ, ਅੱਗੋਂ ਘਰ ਵਾਲੀ ਵੀ ਉਦਾਂ ਦੀ ਮਿਲ ਗਈ। ਹੁਣ ਇੱਥੇ ਜੋ ਇਹਨੂੰ ਕਹਿ ਰਹੀਆਂ ਇਹ ਗੱਲਾਂ ਪਹਿਲਾਂ ਸਮਝਾਈਆਂ ਹੁੰਦੀਆਂ, ਅੱਜ ਇਹ ਮਾਹੌਲ ਬਣਦਾ ਹੀ ਨਾ। ਹੁਣ ਕੀ ਕਹਿ ਰਹੀ ਆ, ਕਹਿਣ ਲੱਗੀ ਪਹਿਲਾਂ ਤੁਹਾਡਾ ਮਿੱਤਰ ਸੁਲਹੀ ਖਾਂ ਤੁਹਾਡਾ ਸਹਾਇਕ ਸੀ, ਪਰ ਮਰ ਗਿਆ, ਉਹ ਖਤਮ ਹੋ ਗਿਆ। ਅਬ ਚੰਦੂ ਵੱਡ ਸ਼ਾਹੋ ਦੀਵਾਨ, ਹੁਣ ਜਿਹੜਾ ਸ਼ਾਹ ਦੇ ਪਾਤਸ਼ਾਹ ਦੇ ਦਰਬਾਰ ਦਾ ਦੀਵਾਨ ਜਿਹਦਾ ਨਾਮ ਚੰਦੂ ਹੈ, ਉਹ ਤੁਹਾਡਾ ਹੁਣ ਮਿੱਤਰ ਹੈ। ਮੁਲਾਕਾਤ ਕਰ ਮਸਲਤ ਠਾਨੀ ਤਿਸ ਕੋ ਪੁਸ਼ਟ ਕਰੋ ਇਤਥਾਨ। ਤੁਸੀਂ ਉਹਦੇ ਨਾਲ ਦਿੱਲੀ ਮੁਲਾਕਾਤ ਵੀ ਕਰਕੇ ਆਏ ਹੋ, ਉਹਨੇ ਤੁਹਾਨੂੰ ਧੀਰਜ ਵੀ ਦਿੱਤਾ, ਹੌਸਲਾ ਵੀ ਦਿੱਤਾ ਕਿ ਤੂੰ ਚਿੰਤਾ ਨਾ ਕਰ, ਮੈਂ ਤੈਨੂੰ ਗੁਰਤਾ ਗੱਦੀ ਵੀ ਲੈ ਕੇ ਦੇਵਾਂਗਾ ਤੇ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਜਾ ਕੇ ਬੰਦੀ ਵੀ ਬਣਾਵਾਂਗਾ। ਹੁਣ ਜਿਹੜਾ ਸਮਾਂ ਬਹੁਤ ਲੰਘ ਗਿਆ, ਦਿਨ ਬਹੁਤ ਲੰਘ ਗਏ ਤੇ ਤੁਸੀਂ ਘਰ ਬੈਠੇ ਚਿੰਤਾ ਵਿੱਚ ਡੁੱਬੇ ਪਏ ਹੋ, ਖਾਂਦੇ ਪੀਂਦੇ ਕੁਛ ਨਹੀਂ, ਹਾਲਤ ਵਿਗੜ ਜਾਣੀ ਹੈ। ਇਹਦੇ ਨਾਲੋਂ ਚੰਗਾ ਉਹਨੂੰ ਪੁੱਛੋ ਚੰਦੂ ਨੂੰ ਵੀ ਉਹ ਕੀ ਕੁਛ ਕਰ ਰਿਹਾ ਹੈ। ਉਤਸਾਹੀ ਨਰ ਜੈਸੋ ਕਰੈ ਚਿੰਤਾ ਬਾਣ ਪ੍ਰਾਣ ਦੇ ਹਾਣ। ਜਿਹੜਾ ਕੋਈ ਉਦਮ ਕਰਦਾ ਹੈ ਉਹ ਕੁਝ ਸਵਾਰ ਲੈਂਦਾ ਹੈ, ਤੇ ਜਿਹੜਾ ਚਿੰਤਾ ਵਿੱਚ ਪਿਆ ਰਵੇ ਉਹ ਆਪਣੇ ਪ੍ਰਾਣ ਵੀ ਗਵਾ ਕੇ ਬਹਿ ਜਾਂਦਾ ਹੈ। ਹੁਣ ਇਹ ਆਪਣੇ ਘਰ ਵਾਲੇ ਨੂੰ ਪ੍ਰਿਥੀ ਚੰਦ ਨੂੰ ਸਮਝਾਉਂਦੀ ਹੈ, ਲਿਖੋ ਪੱਤਰਿਕਾ ਸੁਧ ਮੰਗਵਾਓ ਕੇਮਾ ਦੀਵਾਨ ਕੇ ਮਨ ਮੈਂ ਆਏ। ਇਦਾਂ ਕਰੋ, ਜੇ ਤੁਸੀਂ ਨਹੀਂ ਜਾਣਾ ਦਿੱਲੀ ਤਾਂ ਫਿਰ ਪੱਤਰਕਾ ਭਾਵ ਚਿੱਠੀ ਲਿਖੋ, ਚਿੱਠੀ ਦੇ ਵਿੱਚ ਉਹਨੂੰ ਪੁੱਛੋ ਵੀ ਮੈਨੂੰ ਤੂੰ ਵਾਅਦਾ ਕੀਤਾ ਸੀ, ਕੁਝ ਕਾਰਵਾਈ ਅੱਗੇ ਕਰ ਵੀ ਰਿਹਾ ਕਿ ਤੂੰ ਵੀ ਹੱਥ ਤੇ ਹੱਥ ਧਰ ਕੇ ਬੈਠਾ ਹੋਇਆ, ਉਹਨੂੰ ਚਿੱਠੀ ਲਿਖੋ ਔਰ ਉਹਦੇ ਮਨ ਵਿੱਚ ਜੋ ਬਾਤ ਹੈ ਉਹ ਤੁਹਾਨੂੰ ਪਤਾ ਲੱਗ ਜਾਵੇਗਾ। ਇਹੋ ਉਤਸ਼ਾਹ ਗਵਾਹੋ ਰਿਪਕੋ ਸੋ ਮਾਲਿਕ ਮੁਲਕਣ ਸਮੁਦਾਏ। ਔਰ ਉਹਦੇ ਵਿੱਚ ਇਹ ਵੀ ਲਿਖੋ ਵੀ ਤੂੰ ਤਾਂ ਦੀਵਾਨ ਹੈ ਬਾਦਸ਼ਾਹ ਦੇ ਦਰਬਾਰ ਦਾ, ਤੈਨੂੰ ਦੀਵਾਨ ਦੀ ਪਦਵੀ ਮਿਲੀ ਹੈ, ਜੋ ਤੂੰ ਮਰਜ਼ੀ ਕਹਿ ਕੇ ਕਰਵਾ ਸਕਦਾ ਹੈ। ਬਾਦਸ਼ਾਹ ਤੇਰੀ ਹਰ ਗੱਲ ਮੰਨਣ ਵਾਲਾ ਹੈ, ਤੂੰ ਬਾਦਸ਼ਾਹ ਨੂੰ ਉਤਸ਼ਾਹਤ ਕਰ ਤਾਂ ਕਿ ਉਹ ਤੇਰੀ ਗੱਲ ਮੰਨੇ। ਗਹਿ ਵਾਵੋ ਰਿਪ ਕੋ, ਰਿਪ ਕਿਹਨੂੰ ਕਹਿ ਰਿਹਾ, ਦੁਸ਼ਮਣ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ, ਵੀ ਆਪਣੇ ਦੁਸ਼ਮਣ ਨੂੰ ਪਕੜਾ ਲਵੋ ਵੀ ਤੂੰ ਤੇਰੀ ਤਾਂ ਸਾਰੇ ਮੁਲਕ ਤੇ ਚੱਲਣ ਵਾਲੀ ਆ, ਕਿਉਂਕਿ ਤੂੰ ਬਾਦਸ਼ਾਹ ਦੇ ਦਰਬਾਰ ਦਾ ਦੀਵਾਨ ਹੈ। ਸੋ ਕਰੈ ਬਲੀ ਸਬਰੀ ਤਣ ਗਹਿ ਕੇ ਪ੍ਰਾਣ ਤਾਏ ਬਿਨਸਾਏ। ਚਾਹੇ ਸੋ ਕਰੇ, ਜੋ ਤੂੰ ਚਾਵੇਂ ਉਹ ਕਰ ਵੀ ਸਕਦਾ ਤੇ ਕਰਵਾ ਵੀ ਸਕਦਾ। ਬਲੀ ਤੇਰੇ ਕੋਲ ਬਲ ਹੈ, ਤਾਕਤ ਹੈ, ਇਸ ਵਾਸਤੇ ਚਾਹੇ ਪ੍ਰਾਣ ਜਾਂ ਤੇ ਉਹਨਾਂ ਦੇ ਪ੍ਰਾਣ ਲੈ ਲਓ ਤੇ ਜਾਂ ਫਿਰ ਉਹਨਾਂ ਨੂੰ ਬੰਦੀ ਬਣਾ ਦਿਓ, ਕੈਦਖਾਨੇ ਵਿੱਚ ਪਾ ਦਿਓ, ਪਰ ਕੁਛ ਤਾਂ ਕਰੋ। ਮੇਰੀ ਚਿੰਤਾ ਵਧੀ ਜਾਂਦੀ ਹੈ, ਮੈਨੂੰ ਭੁੱਖ ਨਹੀਂ ਲੱਗਦੀ, ਮੈਨੂੰ ਟਿਕਾ ਕੋਈ ਨਹੀਂ ਆਉਂਦਾ, ਨਾ ਦਿਨ ਮੇਰਾ ਸੁੱਖ ਦਾ ਲੰਘਦਾ ਨਾ ਰਾਤ ਸੁੱਖ ਦੀ ਲੰਘਦੀ ਹੈ। ਕਹਿੰਦੀ ਇਸ ਤਰ੍ਹਾਂ ਦੀ ਚਿੱਠੀ ਲਿਖ ਕੇ ਚੰਦੂ ਨੂੰ ਭੇਜਣਾ ਕਰੋ। ਗੁਰਤਾ ਗਾਦੀ ਲਿਓ ਸ਼ਾਹ ਤੇ ਚੌਦਸ਼ ਕੀ ਸੰਗਤ ਚਲ ਆਏ। ਗੁਰਤਾ ਗੱਦੀ ਮੈਨੂੰ ਲੈ ਕੇ ਦਿਓ ਬਾਦਸ਼ਾਹ ਕੋਲੋਂ, ਜਿਹੜਾ ਸਮੇਂ ਦਾ ਬਾਦਸ਼ਾਹ ਜਹਾਂਗੀਰ ਹੈ, ਉਹਦੇ ਕੋਲੋਂ, ਉਹਦੇ ਰਾਹੀਂ, ਉਹਦੇ ਹੁਕਮ ਦੇ ਰਾਹੀਂ ਮੈਨੂੰ ਗੁਰਤਾ ਗੱਦੀ ਲੈ ਕੇ ਦਿਓ। ਇਹ ਵੀ ਧਿਆਨ ਰੱਖਿਓ, ਇਹ ਜਿਹੜੀ ਗੁਰਤਾ ਗੱਦੀ ਹੈ ਇਹ ਕਿਸੇ ਬਾਦਸ਼ਾਹ ਦੀ ਗੁਲਾਮ ਨਹੀਂ ਹੈ, ਇਹਦੇ ਤੇ ਕਿਸੇ ਬਾਦਸ਼ਾਹ ਦਾ ਹੁਕਮ ਨਾ ਚੱਲਿਆ ਤੇ ਨਾ ਚੱਲ ਸਕਦਾ, ਕਿਉਂਕਿ ਇਹ ਉਹ ਗੁਰਤਾ ਗੱਦੀ ਹੈ ਜਿਹਦੇ ਉੱਤੇ ਬਾਦਸ਼ਾਹਾਂ ਦਾ ਬਾਦਸ਼ਾਹ ਬੈਠਦਾ ਹੈ। ਇਹਦੇ ਤੇ ਦੁਨਿਆਵੀ ਬਾਦਸ਼ਾਹ ਦਾ ਹੁਕਮ ਨਾ ਚੱਲਿਆ ਤੇ ਨਾ ਚੱਲ ਸਕਦਾ। ਜੇ ਅਕਾਲ ਤਖਤ ਸਾਹਿਬ ਦੀ ਗੱਲ ਕਰੀਏ ਤੇ ਉਹ ਵੀ ਕਾਲ ਦੇ ਵਸ ਨਹੀਂ, ਅਕਾਲ ਉਹ ਤੇ ਹੈ ਹੀ ਅਕਾਲ ਦਾ। ਇਸ ਵਾਸਤੇ ਸਾਨੂੰ ਤਾਂ ਮਹਾਰਾਜ ਨੇ ਉਹ ਜਿਹੜਾ ਉਹਦਾ ਆਸਰਾ ਦਿੱਤਾ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਬਾਦਸ਼ਾਹ ਦਰਵੇਸ਼। ਇਹ ਦਰਵੇਸ਼ ਵੀ ਸਭ ਤੋਂ ਉੱਤੇ ਹੈ ਤੇ ਬਾਦਸ਼ਾਹ ਵੀ ਸਭ ਤੋਂ ਉੱਤੇ ਹੈ। ਇਹ ਸ਼ਾਹੀ ਸ਼ਹਿਨਸ਼ਾਹ ਦੀ ਪਦਵੀ ਹੈ ਜਿਹਨੂੰ ਕੋਈ ਦੁਨਿਆਵੀ ਬਾਦਸ਼ਾਹ ਹੁਕਮ ਚਲਾ ਕੇ ਬਦਲ ਨਹੀਂ ਸਕਦਾ। ਇੱਥੇ ਹੁਣੇ ਕਰਮੋਂ ਆਪਣੇ ਘਰ ਵਾਲੇ ਨੂੰ ਸਮਝਾਉਂਦੀ ਹੈ ਵੀ ਉਹਨੂੰ ਇਹ ਲਿਖੋ, ਉਹਨੂੰ ਕਹੋ ਕਿ ਗੁਰਤਾ ਗੱਦੀ ਲਿਖੋ ਸ਼ਾਹ ਤੇ, ਆਪਣੇ ਬਾਦਸ਼ਾਹ ਨੂੰ ਹੁਕਮ ਕਰਵਾ ਕੇ ਇਹ ਗੁਰਤਾ ਗੱਦੀ ਲੈ ਕੇ ਦਿਓ। ਚੌਂ ਦਿਸ਼ ਕੀ ਸੰਗਤ ਚੱਲ ਆਏ, ਚਾਰੇ ਦਿਸ਼ਾਵਾਂ ਤੋਂ ਸੰਗਤ ਸਾਡੇ ਕੋਲ ਚੱਲ ਕੇ ਆਵੇਗੀ। ਕਰਮੋਂ ਨੇ ਜਬ ਸਮਝਾਇਓ ਲਿਖੀ ਪਤਰਿਕਾ ਸੁਣੋ ਦੀਵਾਨ। ਪ੍ਰਿਥੀ ਚੰਦ ਕਰਮ ਨੂੰ ਕਹਿੰਦਾ ਹੈ ਕਿ ਤੂੰ ਮੇਰਾ ਜੀਵਨ ਸਾਥੀ ਹੈ, ਤੂੰ ਮੈਨੂੰ ਗੱਲ ਬੜੀ ਪਤੇ ਦੀ ਦੱਸੀ ਹੈ, ਮੈਂ ਐਵੇਂ ਚਿੰਤਾ ਜ਼ਰੂਰੀ ਜਾਂਦਾ, ਐਵੇਂ ਚਿੰਤਾ ਵਧਾ ਕੇ ਬੈਠਾ ਹੋਇਆ, ਮੈਂ ਆਪਣੇ ਮਿੱਤਰ ਚੰਦੂ ਨੂੰ ਨਾਲ ਗੱਲਬਾਤ ਕਰ ਹੀ ਨਹੀਂ ਰਿਹਾ। ਕਹਿੰਦੇ ਜਦੋਂ ਇਸ ਤਰ੍ਹਾਂ ਇਮ ਕਰਮੋਂ ਨੇ ਜਬ ਸਮਝਾਇਓ, ਜਦੋਂ ਕਰਮੋਂ ਨੇ ਇਸ ਤਰ੍ਹਾਂ ਸਮਝਾਇਆ, ਲਿਖੀ ਪੱਤਰਕਾ ਸੁਣੋ ਦੀਵਾਨ। ਉਹਨੇ ਫਿਰ ਚਿੱਠੀ ਲਿਖਣੀ ਸ਼ੁਰੂ ਕੀਤੀ ਕਿ ਦੀਵਾਨ ਚੰਦੂ ਜੀ ਮੇਰੀ ਗੱਲ ਸੁਣਨਾ ਕਰੋ। ਗਹਿਓ ਅਲੰਬ ਤੁਮਾਰੋ ਹਮਨੇ ਨਿਤ ਦਿਨ ਤੋਬਾ ਦਿਸ਼ਕੋ ਮਨ ਧਿਆਨ। ਇਹਨੇ ਫਿਰ ਚਿੱਠੀ ਲਿਖਣਾ ਸ਼ੁਰੂ ਕੀਤੀ ਵੀ ਗਹਿਓ ਅਲੰਬ ਤੁਮਾਰੋ ਹਮਨੇ, ਅਲੰਬ ਕਹਿੰਦੇ ਆਸਰਾ, ਵੀ ਮੈਂ ਤਾਂ ਚੰਦੂ ਨੂੰ ਕਹਿ ਰਿਹਾ ਵੀ ਮੈਂ ਤਾਂ ਤੁਹਾਡਾ ਆਸਰਾ ਲਿਆ, ਤੁਹਾਡੇ ਆਸ ਭਰੋਸੇ ਹੀ ਮੈਂ ਬੈਠਾ ਹੋਇਆ ਨਿਸ ਦਿਨ, ਦਿਨ ਰਾਤ ਮੈਨੂੰ ਤੁਹਾਡਾ ਹੀ ਭਰੋਸਾ ਹੈ ਕਿ ਤੁਸੀਂ ਹੀ ਹੋ ਜਿਹੜੀ ਮੇਰੀ ਮਦਦ ਕਰ ਸਕਦੇ ਹੋ। ਇਸ ਲਈ ਗਹਿਓ ਮੈਨੇ ਪਕੜਨਾ, ਗਹਿਓ ਅਲੰਬ ਤੁਮਾਰੋ ਹਮਨੇ ਨਿਸ ਦਿਨ ਤੋਬ ਦਿਸ਼ ਕੋ ਮਨ ਧਿਆਨ। ਮੇਰਾ ਮਨ, ਮੇਰਾ ਧਿਆਨ ਦਿਨ ਰਾਤ ਤੁਹਾਡੇ ਵੱਲ ਹੈ ਕਿ ਕਦੋਂ ਖਬਰ ਆਏਗੀ, ਕਦੋਂ ਖਬਰ ਆਏਗੀ, ਕਦੋਂ ਤੁਸੀਂ ਮੈਨੂੰ ਸੁਨੇਹਾ ਭੇਜ ਕੇ ਬੁਲਾਓਗੇ ਤੇ ਗੁਰਤਾ ਗੱਦੀ ਮੈਨੂੰ ਦਵਾਓਗੇ। ਸ਼ਤਰੂ ਹਤਨ ਜਤਨ ਨ ਕੀਨਸ ਕਹਿ ਵਿਸਾਰ ਦੀਨਸ ਇਤ ਗਿਆਨ। ਤੁਸੀਂ ਮੇਰੇ ਸ਼ਤਰੂ ਨੂੰ ਮਾਰਨ ਦੀ ਕੋਈ ਵਿਉਂਤ ਬਣਾਈ ਆ ਕਿ ਨਹੀਂ ਬਣਾਈ, ਕੁਝ ਕਰ ਵੀ ਰਹੇ ਹੋ, ਕੋਈ ਕਾਰਵਾਈ ਅੱਗੇ ਕੀਤੀ ਆ ਵੀ ਕਿ ਨਹੀਂ ਕੀਤੀ ਆ। ਲਿਖ ਰਿਹਾ ਸ਼ਤਰੂ ਹਤਨ ਯਤਨ ਨ ਕੀਨਸ, ਇੰਨਾ ਟਾਈਮ ਹੋ ਗਿਆ, ਇੰਨਾ ਸਮਾਂ ਹੋ ਗਿਆ, ਅਜੇ ਤੱਕ ਮੇਰੇ ਸ਼ਤਰੂ ਨੂੰ ਮਾਰਨ ਦੀ ਕੋਈ ਜਿਹੜੀ ਗੱਲਬਾਤ ਕੀਤੀ ਕਿ ਨਹੀਂ। ਕਹਿ ਵਿਸਾਰ ਦੀਨਸ, ਜਾਂ ਕਿਤੇ ਭੁਲਾ ਤੇ ਨਹੀਂ ਦਿੱਤਾ ਵੀ ਮੈਂ ਤੁਹਾਨੂੰ ਦਿੱਲੀ ਮਿਲ ਕੇ ਆਇਆ ਤੇ ਤੁਸੀਂ ਬਾਅਦ ਵਿੱਚ ਆਪਣੇ ਮਨ ਤੋਂ ਵਿਸਾਰ ਦਿੱਤਾ ਹੋਵੇ ਜਾਂ ਤੁਹਾਨੂੰ ਧਿਆਨ ਹੀ ਨਾ ਰਿਹਾ ਹੋਵੇ। ਭਾਗ ਬਲੀ ਹਮ ਆਸ਼ਿਕ ਨਿਤ ਕਹਿ ਰਹਿ ਸ਼ਾਹੋ ਸੋ ਕਾਰ ਮਹਾਨ। ਨਾਲ ਪਤਾ ਕੀ ਲਿਖਦਾ, ਆਪਣੇ ਗੁਰੂ ਹੋਣ ਦਾ ਦਾਅਵਾ ਵੀ ਕਰਦਾ ਹੈ, ਨਾਲ ਕਹਿੰਦਾ ਵੀ ਮੈਂ ਆਪਣੇ ਵੱਲੋਂ ਤੁਹਾਨੂੰ ਆਸ਼ਿਕ ਕਹਿੰਦੇ ਅਸੀਸ ਆਸ਼ੀਰਵਾਦ, ਮੈਂ ਨਾਲ ਤੁਹਾਨੂੰ ਆਸ਼ੀਰਵਾਦ ਵੀ ਭੇਜ ਰਿਹਾ ਕਿ ਤੁਸੀਂ ਸਦਾ ਸਲਾਮਤ ਰਹੋ, ਤੁਹਾਡੇ ਕੋਲ ਬਾਦਸ਼ਾਹੀ ਰਾਜਨੀਤਿਕ ਪਾਵਰ ਜਿਹੜੀ ਹੈ ਉਹ ਤੁਹਾਡੇ ਕੋਲ ਸਦਾ ਬਣੀ ਰਵੇ ਤੇ ਤੁਸੀਂ ਇਹ ਬਲ, ਇਹ ਤਾਕਤ ਜਿਹੜੀ ਹੈ ਸਦਾ ਵਰਤਦੇ ਰਹੋ। ਹੁਣ ਆਪਣੇ ਵੱਲ, ਹਾਲਾਂਕਿ ਗੁਰੂ ਪਾਤਸ਼ਾਹ ਇਹੋ ਜਿਹੀ ਅਸੀਸ ਨਹੀਂ ਕਿਸੇ ਨੂੰ ਦਿੰਦੇ,
ਝੂਠੀ ਵਡਿਆਈ ਕਰਕੇ ਝੂਠੇ ਬੰਦੇ ਨੂੰ ਸੱਚੀ ਅਸੀਸ ਕਦੇ ਨਹੀਂ ਗੁਰੂ ਘਰ ਤੋਂ ਮਿਲਦੀ। ਇਸ ਵਾਸਤੇ ਇਹ ਹੁਣ ਝੂਠਾ ਗੁਰੂ ਤੇ ਝੂਠੀਆਂ ਹੀ ਵਡਿਆਈਆਂ ਤੇ ਝੂਠੇ ਹੀ ਆਸ਼ੀਰਵਾਦ ਦੇ ਰਿਹਾ। ਵੈਸੇ ਨਾ ਦੁਨੀਆ ਦੀ ਹਾਲਤ, ਮਾਨਸਿਕ ਹਾਲਤ ਇਦਾਂ ਦੀ ਹੋ ਗਈ ਹੈ, ਅਸੀਂ ਝੂਠੇ ਆਸ਼ੀਰਵਾਦ ਲੈਣੇ ਹੀ ਜ਼ਿਆਦਾ ਪਸੰਦ ਕਰਦੇ ਹਾਂ। ਹਾਲਤ ਇਦਾਂ ਦੀ ਹੋ ਚੁੱਕੀ ਹੈ। ਹੁਣ ਇੱਥੇ ਧਿਆਨ ਲਾ ਕੇ ਸੁਣਿਓ, ਕਹਿ ਰਿਹਾ ਵੀ ਭਾਗ ਬਲੀ ਹਮ ਆਸ਼ਿਕ, ਮੈਂ ਤੈਨੂੰ ਅਸੀਸ ਦਿਨਾ ਕਿ ਤੇਰੇ ਭਾਗ ਚੰਗੇ ਹੋਵਣ, ਤੂੰ ਨਿਤ ਰਾਜਨੀਤਿਕ ਤਲ ਤੇ ਬਾਦਸ਼ਾਹ ਕੋਲੋਂ ਕੰਮ ਆਪਣੇ ਲੈਂਦਾ ਰਵੇਂ, ਰਹੇ ਸ਼ਾਹ ਸੋਕਾਰ ਮਹਾਨ, ਤੂੰ ਬਾਦਸ਼ਾਹ ਦੇ ਦਰਬਾਰ ਦਾ ਦੀਵਾਨ ਵੀ ਰਵੇਂ ਤੇ ਤੇਰੀ ਸਦਾ ਜਿਹੜੀ ਆ ਦਿਨੋਂ ਦਿਨ ਚੜ੍ਹਦੀ ਕਲਾ ਬਣੀ ਰਵੇ। ਏ ਕਰ ਨਰ ਕਰ ਤੁਰਤ ਪਠਾਈ, ਉੱਤਰ ਆਨੋ ਤੁਰਨ ਜਾਏ। ਉਸੇ ਵੇਲੇ ਕਹਿੰਦੇ ਸਾਰੀਆਂ ਗੱਲਾਂ ਚਿੱਠੀ ਵਿੱਚ ਲਿਖ ਕੇ ਆਪਣੇ ਇੱਕ ਬੰਦੇ ਨੂੰ ਭੇਜਿਆ, ਦੇ ਕਰ ਨਰ ਮੈਨੇ ਬੰਦਾ, ਦੇ ਕਰ ਉਹਨੂੰ ਭੇਜਿਆ, ਪਠਾਈ ਮੈਨੇ ਭੇਜਿਆ ਵੀ ਲੈ ਜਾ, ਉੱਤਰ ਆਨੋ ਤੁਰਨ ਜਾਏ, ਛੇਤੀ ਜਾ, ਬਿਨਾਂ ਦੇਰੀ ਲਾਇਆ ਦਿੱਲੀ ਪਹੁੰਚ ਤੇ ਚੰਦੂ ਨੂੰ ਮਿਲ ਕੇ ਚਿੱਠੀ ਦੇ ਕੇ ਇਹਦਾ ਜਵਾਬ ਵਾਪਸ ਲੈ ਕੇ ਹੀ ਆਉਣਾ ਹੈ। ਹਮਣਿਓ ਦਿੱਲੀ ਦਿਸ਼ਕੋ ਪਹੁੰਚਿਓ, ਮਿਲਿਓ ਦੀਵਾਨ ਸਾਥ ਰਖਾਏ। ਕਹਿੰਦੇ ਇਹਦਾ ਭੇਜਿਆ ਹੋਇਆ ਬੰਦਾ ਪ੍ਰਿਥੀ ਚੰਦ ਦਾ ਚਿੱਠੀ ਲੈ ਕੇ ਦਿੱਲੀ ਪਹੁੰਚ ਗਿਆ। ਦਿੱਲੀ ਪਹੁੰਚ ਕੇ ਮਿਲਿਓ ਦੀਵਾਨ ਚੰਦੂ ਨੂੰ, ਜਾ ਕੇ ਇਹ ਮਿਲਦਾ ਹੈ, ਸਾਥ ਹਰਖਾਏ, ਦੋਵੇਂ ਆਪ ਮਿਲ ਕੇ ਖੁਸ਼ ਹੁੰਦੇ ਹਨ। ਗੁਰ ਪ੍ਰੀਤਿ ਕੀ ਹੈ ਇਹ ਪਾਤੀ, ਛਾਤੀ ਦੁਖਤ ਲਿਖੀ ਅਕੁਲਾਏ। ਗੁਰ ਪ੍ਰੀਤਿ ਕੀ ਹੈ ਇਹ ਪਾਤੀ, ਦੇਖੋ ਗੁਰੂ ਬਣਾ ਦੀ ਦਿੱਤਾ ਉਹਨੇ। ਕਹਿੰਦੇ ਇਹ ਗੁਰੂ ਪ੍ਰੀਤਿ ਹੈ, ਪ੍ਰਿਥੀ ਚੰਦ ਗੁਰੂ ਦੀ ਇਹ ਲਿਖੀ ਹੋਈ ਚਿੱਠੀ ਹੈ, ਜਿਹਦਾ ਹਿਰਦਾ ਸਦਾ ਦੁੱਖ ਨਾਲ ਅੰਦਰੋਂ ਕੁਮਲਾਇਆ ਪਿਆ। ਇੱਥੋਂ ਹੀ ਅੰਦਾਜ਼ਾ ਲਾ ਲਓ, ਜਿਹੜਾ ਪੂਰਾ ਗੁਰੂ ਹੈ ਉਹ ਤੇ ਤੱਤੀ ਤਵੀ ਤੇ ਬੈਠ ਕੇ ਨਹੀਂ ਕੁਮਲਾਉਂਦਾ ਪਿਆ। ਇੱਥੋਂ ਹੀ ਅੰਦਾਜ਼ਾ ਲਾਓ ਵੀ ਉਹ ਤੇ ਸਰਦੀ ਹੋਈ ਰੇਤਾ ਵੀ ਸੀਸ ਤੇ ਪਵਾ ਕੇ ਖੜਿਆ ਪਿਆ। ਉਹ ਤੇ ਕਹਿ ਰਿਹਾ ਵੀ ਤੇਰਾ ਕੀਆਂ ਮਿੱਠਾ ਲੱਗਾ ਹਰਨਾਮ ਪਦਾਰਥ। ਉਹ ਪੂਰਾ ਗੁਰੂ ਸਾਨੂੰ ਵੀ ਕਹਿ ਰਿਹਾ ਹੈ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਜਾਓ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ ਸਤਿਗੁਰੂ ਪੂਰਾ, ਭੇਟਿਆ ਜਿਨ ਬਣਤ ਬਣਾਈ। ਤੇ ਅਧੂਰੇ ਗੁਰੂ ਦਾ ਅੰਦਰ ਦੁਖੀ ਜਾਂਦਾ ਤੇ ਉਹ ਆਪਣੇ ਸੇਵਕਾਂ ਦੇ ਦੁੱਖ ਕਿਵੇਂ ਕੱਟੇਗਾ? ਜਿਹੜਾ ਆਪ ਹੀ ਅੰਦਰੋਂ ਈਰਖਾ ਦੀ ਅੱਗ ਵਿੱਚ ਸੜ ਰਿਹਾ, ਉਹ ਆਪਣੇ ਸੇਵਕਾਂ ਦੇ ਅੰਦਰ ਦੀ ਈਰਖਾ ਦੀ ਅੱਗ ਕਿਵੇਂ ਬੁਝਾਏਗਾ? ਜਿਹੜਾ ਅੰਦਰ ਗੁਰੂ ਦਾ ਆਪ ਹੀ ਲੋਭ ਲਾਲਚ ਨਾਲ ਭਰਿਆ ਪਿਆ, ਉਹ ਆਪਣੇ ਸਿੱਖਾਂ ਦੇ ਮਨ ਵਿੱਚੋਂ ਲੋਭ ਲਾਲਚ ਕਿਵੇਂ ਖਤਮ ਕਰੇਗਾ? ਪੂਰੇ ਗੁਰੂ ਨੇ ਤੇ ਕਹਿ ਦਿੱਤਾ, ਗੁਰੂ ਕੇ ਸਿੱਖਾ ਕਿ ਬਾਹਰ ਦੀਆਂ ਭਟਾਵਾਂ ਦਿਖਾ ਕੇ ਮੈਨੂੰ ਕੋਈ ਲਾਲਚ ਨਾ ਦੇਈਂ, ਕਿਉਂਕਿ ਤੇਰੇ ਅੰਦਰ ਦਾ ਜੀਵਨ ਕਹਿੰਦਾ ਹੈ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸਿੱਜਿਆ ਜਾਏ, ਤੇਰਾ ਅੰਦਰ ਦਾ ਲੋਭ ਨਾ। ਇਹ ਪੂਰਾ ਗੁਰੂ ਕਹਿੰਦਾ ਹੈ, ਪੂਰੇ ਗੁਰੂ ਸਾਹਿਬ ਕਹਿੰਦੇ ਆ, ਗੁਰੂ ਕੇ ਸਿੱਖਾ ਜੇ ਤੇਰੇ ਅੰਦਰ ਲੱਭ ਲੋਭ ਨਾਲ ਰੰਗਿਆ ਪਿਆ ਤੇ ਭੁੱਲ ਜਾ, ਤੈਨੂੰ ਨਿਰੰਕਾਰ ਮਿਲੇਗਾ। ਇਦਾਂ ਨਹੀਂ ਮਿਲਣਾ, ਤੈਨੂੰ ਇਹ ਰੰਗ ਉਤਾਰਨੇ ਪੈਣੇ ਆ, ਤੈਨੂੰ ਉਹ ਰੰਗ ਚੜਾਉਣੇ ਪੈਣੇ ਆ ਜਿਹਦੇ ਨਾਲ ਤੈਨੂੰ ਪਰਮੇਸ਼ਵਰ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏ। ਤੇ ਅਧੂਰਾ ਕੀ ਕਹਿੰਦਾ ਹੈ? ਉਹਨੇ ਜਾ ਕੇ ਚਿੱਠੀ ਪਕੜਾਈ, ਕਹਿੰਦੇ ਗੁਰੂ ਪ੍ਰੀਤਿ ਹੈ ਕੀ ਇਹ ਪਾਤੀ, ਇਹ ਚਿੱਠੀ ਗੁਰੂ ਪ੍ਰੀਤਿ ਜਾਂਦੀ ਹੈ, ਛਾਤੀ ਦੁਖਤ ਲਿਖੀ ਅਕੁਲਾਏ। ਉਹਨੇ ਬੜੇ ਦੁਖੀ ਹੋ ਕੇ, ਬੜੇ ਚਿੰਤਤ ਹੋ ਕੇ, ਬੜੇ ਪਰੇਸ਼ਾਨ ਹੋ ਕੇ ਆ ਦੁਖੀ ਹਿਰਦੇ ਨਾਲ ਚਿੱਠੀ ਲਿਖੀ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛ ਕੇ ਵੇਖੋ, ਮਹਾਰਾਜ ਤੁਹਾਡੇ ਦੋ ਸਾਹਿਬਜ਼ਾਦੇ ਅੱਖਾਂ ਸਾਹਮਣੇ ਸ਼ਹੀਦ ਹੋ ਗਏ, 300 ਤੋਂ ਵੱਧ ਫੱਟ ਜਿਹੜੇ ਆ ਉਹ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਨੂੰ ਜ਼ਖਮ ਜਿਹੜੇ ਹੁੰਦੇ ਆ ਅਗਲੇ ਵੈਰੀਆਂ ਨੇ ਤੀਰਾਂ ਨਾਲ ਵਿੰਨ ਕੇ ਰੱਖ ਦਿੱਤਾ ਹੈ। ਦੋਵੇਂ ਸ਼ਹੀਦ ਹੋ ਗਏ ਆ, ਦੋਵਾਂ ਦੀ ਹਜੇ ਖਬਰ ਨਹੀਂ ਆ। ਮੱਛੀਵਾੜੇ ਦੇ ਜੰਗਲ ਵਿੱਚ ਹੈ, ਕੱਪੜੇ ਵੀ ਲੀਰੋ ਲੀਰ ਹੈ, ਪੈਰਾਂ ਵਿੱਚ ਜੋੜਾ ਵੀ ਨਹੀਂ ਆ, ਠੰਡ ਕਰਕੇ ਲਹੂ ਵੀ ਜੰਮਿਆ ਹੋਇਆ। ਤੇ ਉਹ ਕਹਿ ਰਿਹਾ ਮੇਰਾ ਹਿਰਦਾ ਬੜਾ ਅੰਦਰੋਂ ਦੁਖੀ ਹੈ। ਸਤਿਗੁਰੂ ਤਾਂ ਉੱਥੇ ਵੀ ਕਹਿ ਰਿਹਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਹੈ ਪੂਰਾ ਗੁਰੂ। ਤੇ ਉਹ ਕਹਿ ਰਿਹਾ ਵੀ ਮੇਰਾ ਜਿਹੜਾ ਗੁਰੂ ਹੈ ਉਹਨੇ ਬੜੇ ਦੁਖੀ ਹਿਰਦੇ ਦੇ ਨਾਲ ਅੰਦਰੋਂ ਦੀ ਮੁਰਝਾਏ ਹੋਏ ਨੇ, ਇਹ ਚਿੱਠੀ ਤੁਹਾਡੇ ਨਾਮ ਲਿਖੀ ਹੈ। ਲੇਕਰ ਖੋਲ ਪਟੀ ਤਬ ਚੰਦੂ, ਲਖੀ ਹਕੀਕਤ ਜਿਉ ਦੁਖ ਪਾਏ। ਕਹਿੰਦੇ ਲੇਕਰ ਖੋਲ ਪਠੀ ਤਬ ਚੰਦੂ ਨੇ ਉਹ ਚਿੱਠੀ ਲੈ ਕੇ ਜਦੋਂ ਖੋਲ ਕੇ ਪੜ੍ਹੀ ਤੇ ਪੜ੍ਹ ਕੇ ਕਹਿੰਦੇ ਹਕੀਕਤ, ਉਸ ਹਕੀਕਤ ਨੂੰ ਜਾਣਿਆ ਕਿ ਵਾਕਈ ਦੁੱਖ ਪਾਏ, ਵਾਕਈ ਇਹ ਦੁਖੀ ਹਿਰਦੇ ਨਾਲ ਹੀ ਅੰਦਰੋਂ ਇਹ ਚਿੱਠੀ ਜਿਹੜੀ ਆ ਲਿਖੀ ਗਈ ਹੈ। ਉੱਤਰ ਲਿਖਿਓ ਦੁਸ਼ਟ ਤੇ ਤਤ ਚਿਣ, ਨਾ ਬੈਠਿਓ ਮੈਂ ਬਾਤ ਵਿਸਾਰ। ਹੁਣ ਇਹਦੀ ਦੁਸ਼ਟ ਹੈ ਤੇ ਦੁਸ਼ਟਾਂ ਦਾ ਸੰਗ ਦੁਸ਼ਟਾਂ ਨਾਲ ਹੀ ਹੋਣਾ। ਜਿਹੜੇ ਕੁੜਿਆਰ ਨੇ ਉਹਨਾਂ ਦਾ ਸੰਗ ਕੁੜਿਆਰਾਂ ਨਾਲ ਹੀ, ਝੂਠੇ ਦਾ ਸੰਗ ਝੂਠੇ ਨਾਲ ਹੈ, ਸੱਚੇ ਦਾ ਸੰਗ ਸੱਚੇ ਨਾਲ। ਕੁੜਿਆਰ ਤੇ ਸਚਿਆਰ ਇਕੱਠੇ ਨਹੀਂ ਹੋ ਸਕਦੇ, ਭਗਤ ਤੇ ਸੰਸਾਰੀ ਲੋਕ ਇਕੱਠੇ ਨਹੀਂ ਹੋ ਸਕਦੇ। ਜਿਹੜਾ ਸੰਸਾਰੀ ਦਾ ਰਸਤਾ ਹੋਰ ਹੈ, ਭਗਤ ਦਾ ਰਸਤਾ ਹੋਰ ਹੈ, ਭਗਤਾਂ ਦਾ ਜੀਵਨ ਹੀ ਹੋਰ ਹੈ। ਭਗਤਾਂ ਕੀ ਚੱਲ ਨਰਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ, ਉਸ ਮਾਰਗ ਤੇ ਸੰਸਾਰੀ ਨਹੀਂ ਚੱਲ ਸਕਦਾ। ਇਸ ਲਈ ਕੁੜਿਆਰ ਕੁੜਿਆਰੀ ਜਾਇ ਰਲੇ, ਕੁੜਿਆਰ ਨੇ ਕੁੜਿਆਰਾਂ 'ਚ ਹੀ ਜਾ ਕੇ ਰਲਣਾ, ਸਚਿਆਰਾਂ 'ਚ ਨਹੀਂ। ਹੁਣ ਇਹ ਵੀ ਦੁਸ਼ਟ ਹੈ। ਉਧਰੋਂ ਪ੍ਰੀਤੀ ਚੰਦ ਦੀ ਅੰਦਰ ਦੀ ਭਾਵਨਾ ਦੁਸ਼ਟਾਂ ਵਾਲੀ ਹੈ। ਉੱਤਰ ਲਿਖਿਓ ਦੁਸ਼ਟ ਨੇ ਤਤ ਛਿੰਨ, ਮੈਂ ਬੈਠਿਓ ਮੈਂ ਕਹਿੰਦੇ ਬਾਤ ਵਿਸਾਰ। ਉਹਨੇ ਉਸੇ ਵੇਲੇ ਲਿਖਿਆ ਵੀ ਮੇਰੇ ਮਿੱਤਰ ਪ੍ਰੀਤੀ ਚੰਦ ਫਿਕਰ ਨਾ ਕਰ, ਮੈਂ ਤੇਰੀ ਗੱਲ ਭੁੱਲਿਆ ਨਹੀਂ ਆ, ਮੈਂ ਭੁਲਾਇਆ ਨਹੀਂ, ਮੈਨੂੰ ਵੀ ਤੇਰੀ ਗੱਲ ਚੰਗੀ ਤਰ੍ਹਾਂ ਯਾਦ ਹੈ। ਕੋਈ ਤਾਂ ਬਦਨ ਕੁਮਾਰੀ ਦੇਖਤ, ਲਗਤ ਸੂਲ ਸਮਰ ਦੇ ਮਝਾਰ। ਜਦੋਂ ਮੈਂ ਆਪਣੀ ਧੀ ਨੂੰ ਘਰ ਵਿੱਚ ਵੇਖਦਾ ਤੇ ਮੇਰੇ ਅੰਦਰ ਵੀ ਸੂਲ ਉੱਠਦੀ ਆ, ਪੀੜਾ ਉੱਠਦੀ ਆ, ਤੇ ਮੈਂ ਕਿਵੇਂ ਭੁੱਲ ਸਕਦਾ? ਇਸ ਲਈ ਤੇਰੀਆਂ ਸਾਰੀਆਂ ਗੱਲਾਂ ਮੈਨੂੰ ਯਾਦ ਹਨ। ਹਰਕਤ ਨਿਤ ਪ੍ਰਤ ਚਿਤ ਮੈਂ ਅਤਿਸ਼ੈ, ਰਿਪ ਵਿਸਾਲ ਕੋ ਜਸ ਵਿਸਤਾਰ। ਮੈਂ ਨਿਤ ਪ੍ਰਤ ਆਪਣੇ ਚਿੱਤ ਵਿੱਚ ਇਹ ਗੱਲ ਚੇਤਾ ਕਰਦਾ ਰਹਿਣਾ ਹਾਂ, ਮੈਂ ਕਦੇ ਵੀ ਉਹਨੂੰ ਵਿਸਾਰਦਾ ਨਹੀਂ। ਮੈਂ ਤੇ ਰੋਜ਼ ਸੋਚਦਾ ਰਹਿਣਾ ਕਿ ਕਿਵੇਂ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਬੰਦੀ ਬਣਾਉਣਾ, ਕਿਵੇਂ ਮੈਂ ਉਹਨਾਂ ਨੂੰ ਮਾਰ ਮਕਾਉਣਾ। ਇਹ ਤੇ ਮੈਂ ਰੋਜ਼ ਹੀ ਆਪਣੇ ਚਿੱਤ ਵਿੱਚ ਚੇਤਾ ਕਰਦਾ ਰਹਿਣਾ ਹਾਂ। ਕੁਛ ਹੈ ਨਾ ਭੋਜਨ ਜੁਰੈ ਨਾ ਪਲਕਾ, ਬਿਨਾ ਨੀਂਦ ਮੈਂ ਚੁਰੋ ਉਧਾਰ। ਉਹ ਪਤਾ ਕੀ ਲਿਖਦਾ ਹੈ? ਕਹਿਣ ਲੱਗੇ ਪ੍ਰੀਤੀ ਚੰਦ ਤੇਰੀ ਹਾਲਤ ਇਦਾਂ ਦੀ ਹੈ ਤੇ ਮੇਰੀ ਵੀ ਇਦਾਂ ਦੀ ਹੋਈ ਹੈ। ਮੈਂ ਵੀ ਇਸੇ ਹੀ ਸਮੇਂ ਵਿੱਚੋਂ ਗੁਜ਼ਰ ਰਿਹਾ। ਰੁਚਨਾ ਭੋਜਨ, ਵੀ ਮੈਂ ਭੋਜਨ ਜਿਹੜਾ ਰੱਜ ਕੇ ਮੇਰੇ ਕੋਲ ਵੀ ਨਹੀਂ ਖਾ ਹੁੰਦਾ, ਧੱਕੇ ਨਾਲ ਥੋੜਾ ਬਹੁਤ ਭੋਜਨ ਖਾ ਲੈਣਾ ਮੈਂ, ਪਰ ਸਵਾਦ ਨਾਲ ਨਹੀਂ ਖਾਂਦਾ। ਜੁਰੇ ਨਾ ਪਲਕਾਂ, ਅੱਖ ਦੀਆਂ ਪੁਤਲੀਆਂ ਜੁੜਦੀਆਂ ਨਹੀਂ, ਭਾਵ ਨੀਂਦ ਨਹੀਂ ਆਉਂਦੀ ਮੈਨੂੰ। ਬਿਨਾਂ ਨੀਂਦ ਮੈਂ ਝੂਰੋਂ ਉਦਾਰ, ਮੈਂ ਨਿਤ ਝੂਰਦਾ ਰਹਿਣਾ, ਮੈਂ ਪਰੇਸ਼ਾਨ ਦੁਖੀ ਹੁੰਦਾ ਰਹਿਣਾ। ਇਹ ਸੋਚਦਾ ਰਹਿਣਾ ਕਿ ਕਿਹੜੀ ਘੜੀ ਹੋਵੇ, ਮੌਕਾ ਮਿਲੇ ਤੇ ਮੈਂ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਪਕੜ ਲਵਾਂ। ਸ਼ਾਹੋ ਲਾਹੌਰ ਚਲਣ ਕੀ ਦੇਰੀ, ਆਏ ਸੰਗ ਮੈਂ ਕਰੋ ਉਪਾਏ। ਬਸ ਸ਼ਾਹ ਭਾਵ ਜਹਾਂਗੀਰ ਦੇ ਲਾਹੌਰ ਜਾਣ ਦੀ ਦੇਰੀ ਹੈ। ਮੈਂ ਤਾਂ ਇਹ ਉਡੀਕ ਕਰ ਰਿਹਾ ਕਿ ਉਹ ਕਿਹੜੀ ਘੜੀ ਹੋਵੇ ਤੇ ਲਾਹੌਰ ਜਾਵੇ, ਉੱਥੇ ਫਿਰ ਦਰਬਾਰ ਲੱਗੇ ਤੇ ਮੈਂ ਆਪਣੀ ਗੱਲ ਉੱਥੇ ਰੱਖ ਸਕਾਂ। ਇਸ ਵਾਸਤੇ ਮੈਂ ਤੇ ਉਹਨੂੰ ਉਡੀਕ ਰਿਹਾ, ਉਹਦੇ ਜਾਣ ਦੇ ਵਿੱਚ ਹੀ ਦੇਰੀ ਹੈ। ਸ਼ਾਹ ਲਾਹੌਰ ਚੱਲਣ ਕੀ ਦੇਰੀ, ਆਏ ਸੰਗ ਮੈਂ ਕਰੂੰ ਉਪਾਏ। ਜਿਸ ਦਿਨ ਜਹਾਂਗੀਰ ਬਾਦਸ਼ਾਹ ਲਾਹੌਰ ਆ ਗਿਆ, ਉਸੇ ਦਿਨ ਹੀ ਫਿਰ ਮੈਂ ਆਪਣੀ ਕਾਰਵਾਈ ਪਾ ਦੇਣੀ ਹੈ, ਉਸੇ ਦਿਨ ਹੀ ਮੈਂ ਕੋਈ ਨਾ ਕੋਈ ਉਪਾਅ ਕਰ ਲੈਣਾ ਹੈ। ਕਹਿ ਲਵੋ ਕਰ ਕੈਦ ਬਿਨਾਸੋ, ਲਖੋ ਨਿਸੰਸੈ ਮੈਂ ਜੋ ਹਲਾਏ। ਕਹਿ ਲਵੋ ਜਾਂ ਤੇ ਮੈਂ ਉੱਥੇ ਪਕੜ ਲਵਾਂਗਾ, ਕਰ ਕੈਦ ਬਿਨਾਸੋ, ਜਾਂ ਤੇ ਬੰਦੀ ਬਣਾ ਕੇ ਉਹਨਾਂ ਨੂੰ ਮੈਂ ਖਤਮ ਜਿਹੜਾ ਕਰ ਦਿਆਂਗਾ। ਤੂੰ ਚਿੰਤਾ ਨਾ ਕਰ, ਬਸ ਮੈਨੂੰ ਉਹ ਸਮੇਂ ਦੀ ਉਡੀਕ ਆ ਜਦੋਂ ਬੜਾ ਜਹਾਂਗੀਰ ਬਾਦਸ਼ਾਹ ਇਹ ਲਾਹੌਰ ਨੂੰ ਜਾਣਾ ਕਰੇ। ਗੁਰਤਾ ਗਾਦੀ ਤੋਹੇ ਦਿਵਾਵੋ, ਸ਼ਾਹੋ ਪਾਸੇ ਬਾਕਸਾਏ। ਗੁਰਤਾ ਗੱਦੀ ਮੈਂ ਤੈਨੂੰ ਜੇ ਵਾਅਦਾ ਕੀਤਾ ਹੈ ਤੇ ਪੂਰਾ ਜ਼ਰੂਰ ਕਰਾਂਗਾ। ਇੱਕ ਗੱਲ ਇੱਥੇ ਨੋਟ ਕਰਿਓ, ਆਉਣ
ਵਾਲੇ ਸਮੇਂ 'ਚ ਫਿਰ ਗੱਲ ਕਲੀਅਰ ਹੋ ਜਾਣੀ ਆ। ਜ਼ਰੂਰੀ ਨਹੀਂ ਕਿ ਜੋ ਮੈਂ ਸੋਚ ਕੇ ਬੈਠਾ ਵੈਸਾ ਹੀ ਹੋਵੇਗਾ, ਜ਼ਰੂਰੀ ਨਹੀਂ ਕਿ ਜੋ ਮੈਂ ਸੋਚਿਆ ਵੀ ਕੱਲ ਨੂੰ ਇਦਾਂ ਕਰਾਂਗਾ ਪਰਸੋਂ ਆਹ ਕਰਾਂਗਾ, ਜ਼ਰੂਰੀ ਨਹੀਂ ਹੈ। ਨਰ ਚਾਹਤ ਕੱਚ ਔਰੇ ਕੀ ਔਰੇ ਪਈ। ਮੈਂ ਕਿਸੇ ਨੂੰ ਮਾਰਨ ਦੀ ਸੋਚੀ ਬੈਠਾ, ਪਤਾ ਲੱਗਾ ਮੈਂ ਆਪ ਹੀ ਮਰ ਮੁੱਕ ਗਿਆ, ਪਤਾ ਲੱਗਾ ਵੀ ਦੂਜਿਆਂ ਦੇ ਪ੍ਰਾਣ ਲੈਣ ਨੂੰ ਫਿਰ ਪਲੈਨਿੰਗ ਕਰ ਰਿਹਾ ਸੀ, ਮੇਰੇ ਆਪਣੇ ਪ੍ਰਾਣ ਜਿਹੜੇ ਉਹ ਨਿਕਲ ਗਏ। ਹੁਣ ਇੱਥੇ ਕਹਿੰਦੇ ਨੇ ਇਹ ਉਹਦੇ ਵਿੱਚ ਲਿਖ ਕੇ ਭਰੋਸਾ ਦਿਵਾਰਿਆ ਕਿ ਗੁਰਤਾ ਗਾਦੀ ਤੋਹੇ ਦੇਵਾਵਾਂ, ਤੈਨੂੰ ਹੀ ਦਵਾਵਾਂਗਾ, ਤੂੰ ਚਿੰਤਾ ਨਾ ਕਰ। ਸ਼ਾਹੋ ਪਾਸ ਤੇ ਬਾਕ ਕਹਾਏ, ਔਰੇ ਮੈਂ ਇਹ ਜਹਾਂਗੀਰ ਬਾਦਸ਼ਾਹ ਦੇ ਮੁਖੋਂ ਕਹਾ ਕੇ ਦਿਆਂਗਾ ਤਾਂ ਕਿ ਕੱਲ ਨੂੰ ਕੋਈ ਹੋਰ ਦਾਵਾ ਨਾ ਕਰ ਸਕੇ। ਸਭ ਦਿਸ਼ ਮੈਂ ਬਿਰਤੈ ਤਨ ਪਾਵੇ, ਸਕਲ ਸੰਗਤਾ ਭੇਟ ਚੜਾਏ। ਔਰ ਤੂੰ ਚਿੰਤਾ ਨਾ ਕਰ, ਚਾਰੇ ਪਾਸੇ ਸੌ ਸੰਗਤਾਂ ਤੇਰੇ ਕੋਲ ਹੀ ਆਉਣਗੀਆਂ, ਔਰ ਪਿਟਾਵਾਂ ਧਨ ਪਦਾਰਥ ਤੇਰੇ ਕੋਲ ਹੀ ਆ ਕੇ ਚੜਿਆ ਕਰਨਗੇ। ਕਈ ਪਤਰਿਕਾ ਕੁਝ ਦਰਬ ਜੁਤ ਲੇਕਰ ਨਰ ਕੋਠੇ ਕੋ ਆਏ। ਕਹਿੰਦੇ ਦਹੀਂ ਪੱਤਰਕਾ ਕੁਝ ਦਰਬ ਨਾਲ ਕੁਝ ਧਨ ਵੀ ਦਿੱਤਾ, ਚਿੱਠੀ ਵੀ ਲਿਖੀ ਤੇ ਨਾਲ ਕੁਝ ਧਨ ਵੀ ਦੇ ਦਿੱਤਾ। ਲੇਕਰ ਨਰ ਕੋਠੇ ਸੋਢੀਆਂ ਕਾ ਕੋਠਾ, ਜਿਹੜੀ ਸਾਰਾ ਜਿੰਨੀ ਵੀ ਇਹ ਜਗ੍ਹਾ ਹੈ ਇਹ ਜਹਾਂਗੀਰ ਵੱਲੋਂ ਹੀ ਦਿੱਤੀ ਗਈ ਹੈ। ਇਸ ਵਾਸਤੇ ਇਹ ਪਾਸ ਵੀ ਚੰਦੂ ਨਹੀਂ ਕੀਤੀ ਸੀ, ਚੰਦੂ ਦੇ ਰਾਹੀਂ ਹੀ ਪਾਸ ਹੋਈ ਤੇ ਇਹ ਸਾਰੀ ਜਗ੍ਹਾ ਮਿਲੀ, ਜਿਹਨੂੰ ਆਉਣ ਵਾਲੇ ਸਮੇਂ 'ਚ ਸੋਢੀਆਂ ਕੇ ਕੋਠੇ ਨਾਲ ਜਾਣਿਆ ਗਿਆ। ਕਹਿੰਦੇ ਫਿਰ ਉੱਥੇ ਇਹ ਪ੍ਰਿਥੀ ਚੰਦ ਦਾ ਭੇਜਿਆ ਹੋਇਆ ਬੰਦਾ ਜਵਾਬ ਲੈ ਕੇ ਵਾਪਸ ਆ ਗਿਆ। ਪ੍ਰਿਥੀਏ ਪਾਸ ਦਈਲੇ ਖੋਲੀ ਪਟ ਕਰ ਰਹਿਓ ਮਾਂ ਰਖਾਏ। ਇਹ ਜਿਹੜਾ ਸੋਚਾਂ ਵਿੱਚ ਡੁੱਬਿਆ ਪਿਆ ਸੀ, ਨੀਂਦ ਨਹੀਂ ਸੀ ਆਉਂਦੀ, ਭੁੱਖ ਨਹੀਂ ਸੀ ਲੱਗਦੀ, ਜਦੋਂ ਪ੍ਰਿਥੀ ਪਾਸ ਦਈ ਲੈ ਖੋਲੀ, ਜਦੋਂ ਉਹਨੇ ਚਿੱਠੀ ਪਕੜਾਈ, ਉਹਨੇ ਚਿੱਠੀ ਖੋਲਣੀ, ਪੱਟ ਕਰ ਪੜ ਕੇ ਗਇਓ ਮਹਾਂ ਹਰ ਖਾਏ ਰਹਿਓ, ਬਹੁਤ ਜ਼ਿਆਦਾ ਖਿੜ ਗਿਆ, ਹੱਸ ਪਿਆ। ਪ੍ਰਿਥੀ ਚੰਦ ਕਹਿੰਦੇ ਸਾਰੀ ਚਿੰਤਾ ਭੁਲਾ ਕੇ ਮੁਸਕਰਾ ਪਿਆ। ਮੁਝ ਦੁਖ ਤੇ ਦੁਖ ਸੋ ਗੁਣ ਤਿਸ ਕੋ ਕੈਸੇ ਕਰੇ ਨਾਨਕ ਉਪਾਏ। ਚਲੋ ਇਹ ਤਾਂ ਲੋਕ ਨੈਗੇਟਿਵ ਸੋਚ ਵਾਲੇ ਨੇ, ਗੁਰੂ ਪਾਤਸ਼ਾਹ ਦੇ ਉਲਟ ਨੇ, ਪਰ ਗੱਲ ਬੜੀ ਪਤੇ ਦੀ ਕੀਤੀ ਹੈ। ਇਹਨੇ ਇਹ ਆਖਿਆ ਵੀ ਕਹਿਣ ਲੱਗੇ ਮੈਨੂੰ ਲੱਗਦਾ ਸੀ ਦੁੱਖ ਮੇਰੇ ਕੋਲ ਹੀ ਹੈ, ਮੈਂ ਹੀ ਦੁਖੀ ਹਾਂ, ਪਰ ਚਿੱਠੀ ਪੜ੍ਹ ਕੇ ਚਲੋ ਇਹ ਤੇ ਪਤਾ ਲੱਗ ਗਿਆ ਮੇਰੇ ਨਾਲੋਂ ਚੰਦੂ ਵੀ ਵੱਧ ਦੁਖੀ ਹੈ। ਸਾਨੂੰ ਵੀ ਗੁਰਬਾਣੀ ਇਹ ਸਮਝਾਉਂਦੀ ਆ, ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ, ਜਗ ਉੱਚਾ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕਿ ਦੇਖੋ ਮੈਨੂੰ ਲੱਗਦਾ ਸੀ ਦੁੱਖ ਮੇਰੇ ਘਰ 'ਚ ਹੀ ਆ, ਪਰ ਜਦੋਂ ਮੈਂ ਆਸ-ਪਾਸ ਵੇਖਿਆ ਤੇ ਪਤਾ ਲੱਗਾ ਮੇਰਾ ਦੁੱਖ ਤੇ ਕੁਛ ਵੀ ਨਹੀਂ ਆ, ਮੇਰੇ ਨਾਲੋਂ ਤੇ ਵੱਧ ਦੁਨੀਆ ਦੁਖੀ ਹੋਈ ਪਈ ਆ, ਮੇਰੇ ਨਾਲੋਂ ਕਈ ਗੁਣਾ ਵੱਧ ਦੁੱਖ ਭੋਗ ਰਹੇ ਨੇ ਲੋਕ, ਮੇਰੇ ਕੋਲ ਤਾਂ ਕੁਝ। ਜਦੋਂ ਅਸੀਂ ਦੂਜਿਆਂ ਵੱਲ ਤੱਕਾਂ, ਪਰ ਇਹ ਵੀ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਆ ਕਿ ਜਦੋਂ ਅਕਸਰ ਕੀ ਹੁੰਦਾ ਹੈ, ਆਪਣਾ ਸੁੱਖ ਜਿਹੜਾ ਉਹ ਘੱਟ ਨਜ਼ਰ ਆਉਂਦਾ ਹੈ, ਦੂਜਿਆਂ ਦਾ ਸੁੱਖ ਜ਼ਿਆਦਾ ਨਜ਼ਰ ਆਉਂਦਾ ਹੈ, ਆਪਣਾ ਦੁੱਖ ਜ਼ਿਆਦਾ ਨਜ਼ਰ ਆਉਂਦਾ ਹੈ ਤੇ ਦੂਜਿਆਂ ਦਾ ਦੁੱਖ ਘੱਟ ਨਜ਼ਰ ਆਉਂਦਾ ਹੈ। ਪਰ ਜਦੋਂ ਤੁਸੀਂ ਵੇਖੋਗੇ ਆਸ-ਪਾਸ ਝਾਤੀ ਮਾਰ ਕੇ, ਪਤਾ ਲੱਗੇਗਾ ਵੀ ਨਹੀਂ ਉਹ ਮੇਰੇ ਨਾਲੋਂ ਵੀ ਕਈ ਗੁਣਾ ਵੱਧ ਦੁਖੀ ਹੈ। ਫਿਰ ਤੁਹਾਡੇ ਮਨ ਨੂੰ ਧੀਰਜ ਆਏਗਾ, ਫਿਰ ਮਨ ਨੂੰ ਥੋੜਾ ਟਿਕਾ ਆਏਗਾ ਵੀ ਮਨਾਂ ਤੂੰ ਐਵੇਂ ਰੋਈ ਜਾਂਦਾ ਹੈ, ਮੈਂ ਦੁਖੀ ਹਾਂ, ਤੇਰੇ ਨਾਲੋਂ ਤੇ ਕਈ ਗੁਣਾ ਵੱਧ ਦੁਖੀ ਬੈਠੇ ਨੇ। ਇਹ ਜਿਹੜਾ ਪ੍ਰਿਥੀ ਚੰਦ ਇਸ ਲਈ ਮੁਸਕਰਾਇਆ ਕਿ ਮੁਝ ਦੁੱਖ ਤੇ ਦੁੱਖ ਸੋ ਗੁਣ, ਮੇਰੇ ਨਾਲੋਂ ਤੇ ਕਈ ਗੁਣਾ ਵੱਧ ਦੁੱਖ ਤਾਂ ਚੰਦੂ ਨੂੰ ਜਿਹੜਾ ਉਹ ਲੱਗਾ ਹੋਇਆ ਹੈ, ਜਿਸ ਕਰਕੇ ਉਹ ਕਦੇ ਇਸ ਗੱਲ ਨੂੰ ਭੁੱਲ ਨਹੀਂ ਸਕਦਾ, ਉਹ ਜ਼ਰੂਰ ਕੋਈ ਨਾ ਕੋਈ ਉਪਾਅ ਕਰੇਗਾ। ਸਭ ਕੁਟੰਬ ਕੋ ਕੀਨ ਸੁਣਾਵਣ, ਖੁਸ਼ੀ ਕਰੇ ਮਨ ਮੋਦ ਵਧਾਏ। ਮਨ ਵਿੱਚ ਖੁਸ਼ੀ ਨੂੰ ਵਧਾਉਂਦਿਆਂ ਹੋਇਆਂ ਸਭ ਕੁਟੰਬ ਕੋ ਕੀਨ ਸੁਣਾਵਣ, ਪ੍ਰਿਥੀ ਚੰਦ ਸਾਰੇ ਪਰਿਵਾਰ ਨੂੰ, ਆਪਣੇ ਪੁੱਤਰ, ਆਪਣੀ ਘਰਵਾਲੀ ਨੂੰ ਸੁਣਾਉਂਦਾ ਹੈ। ਘਰ ਧੀਰਜ ਤਬ ਬੈਠਿਓ ਘਰ ਮੈਂ, ਮੁਝ ਤੇ ਚਿੰਤਾ ਚੰਦ ਮਹਾਨ। ਕਹਿੰਦੇ ਧੀਰਜ ਧਾਰ ਕੇ ਇਹਦੇ ਮਨ ਨੂੰ ਹੁਣ ਟਿਕਾਇਆ ਥੋੜਾ ਜਿਹਾ, ਮਨ ਵਿੱਚ ਧੀਰਜ ਬਣਾ ਕੇ ਘਰ ਵਿੱਚ ਬੈਠਾ ਤੇ ਕਹਿ ਰਿਹਾ ਵੀ ਮੁਝ ਤੇ ਚਿੰਤਾ ਚੰਦੂ ਮਹਾਨ, ਮੇਰੇ ਨਾਲੋਂ ਤੇ ਕਈ ਗੁਣਾ ਵੱਧ ਚਿੰਤਾ ਚੰਦੂ ਨੂੰ ਹੈ। ਪ੍ਰਤੀਖਣ ਸ਼ਾਹੋ ਆਗਮਨ, ਬਿਨਾ ਜਤਨ ਸਮ ਸ਼ਤਰੂ ਹਾਣ। ਕਹਿੰਦੇ ਕਰੇ ਪ੍ਰਤੀਖਣ, ਮੇਰੇ ਨਾਲੋਂ ਵੱਧ ਤੇ ਉਹ ਇੰਤਜ਼ਾਰ ਕਰ ਰਿਹਾ ਵੀ ਕਿਹੜੇ ਵੇਲੇ ਉਹ ਘੜੀ ਆਵੇ, ਉਹ ਸਮਾਂ ਆਵੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੰਦੀ ਬਣਾ ਲਿਆ ਜਾਏ, ਉਹਨਾਂ ਨੂੰ ਕੈਦਖਾਨੇ ਵਿੱਚ ਪਾ ਕੇ ਤਸੀਹੇ ਦਿੱਤੇ ਜਾਣ। ਮੈਂ ਤਾਂ ਸੋਚਦਾ ਸੀ ਵੀ ਮੈਂ ਹੀ ਆ, ਮੇਰੇ ਨਾਲੋਂ ਵੱਧ ਤੇ ਉਹ ਚਿੰਤਾ ਦੇ ਵਿੱਚ ਹੈ, ਉਹ ਸਮੇਂ ਦੀ ਉਡੀਕ ਦੇ ਵਿੱਚ ਹੈ ਕਿ ਕਿਹੜੀ ਉਹ ਘੜੀ ਹੋਵੇ, ਸਮਾਂ ਹੋਵੇ, ਸ਼ਤਰੂ ਹਾਨ ਮੈਨੇ ਖਤਮ ਕਰਨਾ, ਵੀ ਸ਼ਤਰੂ ਨੂੰ ਖਤਮ ਕੀਤਾ ਜਾ ਸਕੇ। ਪੂਰਬ ਬਾਗ ਉਦੇ ਅਬ ਮੇਰੇ, ਬਣੋ ਗੁਰੂ ਹੋਏ ਸਿੱਖ ਜਹਾਨ। ਹੁਣ ਖੁਸ਼ ਇਸ ਗੱਲ ਤੋਂ ਹੈ ਵੀ ਮੇਰੇ ਭਾਗ ਜਾਗਣ ਵਾਲੇ ਨੇ, ਮੇਰੇ ਭਾਗ ਜਿਹੜੇ ਆ ਇਹ ਜਾਗਣ ਵਾਲੇ ਆ। ਕਿਉਂ? ਕਿਉਂਕਿ ਮੈਂ ਹੁਣ ਗੁਰੂ ਬਣ ਕੇ ਪ੍ਰਗਟ ਹੋ ਜਾਣਾ, ਸਾਰੀ ਦੁਨੀਆ ਮੈਨੂੰ ਗੁਰੂ ਮੰਨੇਗੀ ਔਰ ਮੇਰੇ ਕੋਲ ਆ ਕੇ ਮੇਰੇ ਚਰਨਾਂ ਵਿੱਚ ਜੁੜੇਗੀ। ਹੁਣ ਸੁਤ ਮਿਹਰਬਾਨ ਬਿਦਤੈ, ਅਣਗਣ ਧਨ ਭੋਗੈ ਸਮਦਾਨ। ਫਿਰ ਜੋ ਧਨ ਆਵੇਗਾ ਉਹ ਮੇਰਾ ਪੁੱਤ ਵੀ ਉਹ ਸੁੱਖ ਭੋਗੇਗਾ। ਧਿਆਨ ਰੱਖਿਓ, ਕਦੇ ਵੀ ਮਾੜੀ ਕਮਾਈ ਆਪਣੇ ਘਰ ਵਿੱਚ ਨਾ ਲੈ ਕੇ ਆਈਏ। ਕਈ ਵੀ ਬੇਈਮਾਨੀ ਵਾਲਾ ਹੋਵੇ ਜਾਂ ਕੋਈ ਮਾੜੀ ਕਮਾਈ ਹੋਵੇ, ਅਸੀਂ ਧੀ ਪੁੱਤ ਨੂੰ ਦੇ ਸੁੱਖ ਲਈ ਲੈ ਤੇ ਆਉਂਦੇ ਆ, ਪਰ ਸਾਡੇ ਨਾਲ ਅਗਾਂ ਫਿਰ ਜਿਹਨੇ ਖਾਧਾ ਫਿਰ ਭੁਗਤਣਾ ਉਹਨਾਂ ਨੂੰ ਵੀ ਪੈਂਦਾ, ਤੇ ਜਦੋਂ ਭੁਗਤਣਾ ਪੈਂਦਾ ਫਿਰ ਅਸੀਂ ਰੋਂਦੇ ਆ ਕਿ ਮੈਂ ਇਹ ਕੀ ਕਰ ਬੈਠਾ, ਮੈਂ ਆਪਣੇ ਹੱਸਦੇ ਵਸਦੇ ਘਰ ਨੂੰ ਆਪ ਹੀ ਉਜਾੜ ਬੈਠਾ। ਜਿੰਨਾ ਹੋ ਸਕੇ ਅਸੀਂ ਬਚਾ ਕਰਿਆ ਤਾਂ ਕਿ ਅਗਾਂ ਸਾਡਾ ਧੀ ਪੁੱਤ ਕਦੇ ਦੁਖੀ ਹੋ ਕੇ ਰੋਵੇ ਨਾ। ਹੁਣ ਇਹ ਕੀ ਕਰਿਆ, ਕਹਿਣ ਲੱਗਾ ਵੀ ਮੇਰਾ ਪੁੱਤਰ ਮਿਹਰਬਾਨ, ਹੁਣ ਉਹ ਵੀ ਉਹਨੂੰ ਧਨ ਬਹੁਤ ਆ ਜਾਏਗਾ ਤੇ ਉਹ ਵੀ ਜਿਹੜਾ ਉਹ ਧਨ ਮਾਇਆਵੀ ਪਦਾਰਥਾਂ ਵਿੱਚ ਖੇਡੇਗਾ। ਚੰਦੂ ਅਵਸਰ ਕੋ ਚਾਹਤ, ਸ਼ਾਹੋ ਪ੍ਰਸੰਨ ਬਾਤ ਲੈ ਮਾਣ। ਕਹਿੰਦੇ ਉਧਰ ਚੰਦੂ ਜਿਹੜਾ ਉਹ ਅਵਸਰ ਭਾਵ ਮੌਕਾ ਦੇਖ ਰਿਹਾ ਕਿ ਮੈਨੂੰ ਕਿਸੇ ਤਰ੍ਹਾਂ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਵਿੱਚ ਗੱਲ ਕਰਨ ਦਾ ਮੌਕਾ ਮਿਲ ਜਾਏ। ਮੌਕਾ ਭਾਵ ਜਦੋਂ ਬਾਦਸ਼ਾਹ ਪ੍ਰਸੰਨ ਹੋਵੇ, ਜਦੋਂ ਉਹ ਖੁਸ਼ ਹੋਵੇ ਨਾ, ਫਿਰ ਜਿੱਦਾਂ ਦੀ ਮਰਜ਼ੀ ਉਹਦੇ ਕੋਲ ਗੱਲ ਕਰ ਲਓ, ਉਹ ਮੰਨ ਲੈਂਦਾ ਹੈ। ਫਿਰ ਉਹ ਸੋਚਦਾ ਨਹੀਂ ਵੀ ਇਹ ਠੀਕ ਹੈ ਜਾਂ ਗਲਤ ਹੈ, ਉਹਨੇ ਉਸੇ ਵੇਲੇ ਹਾਮੀ ਭਰ ਦੇਣੀ ਹੈ। ਪਰ ਮੌਕਾ ਇਹ ਹੈ ਵੀ ਬਾਦਸ਼ਾਹ ਖੁਸ਼ ਹੋਣਾ ਚਾਹੀਦਾ ਹੈ। ਹੁਣ ਚੰਦੂ ਨੂੰ ਉਹਦਾ ਭੇਦ ਪਤਾ ਹੈ ਕਿਉਂਕਿ ਉਹਦੇ ਦਰਬਾਰ ਦਾ ਦੀਵਾਨ ਹੈ, ਉਹਨੂੰ ਪਤਾ ਵੀ ਕਿਹੜੇ ਮੌਕੇ ਕਿਹੜੀ ਗੱਲ ਕਰਨੀ ਹੈ। ਇਸ ਲਈ ਉਹ ਮੌਕਾ ਦੇਖ ਰਿਹਾ ਕਿ ਸ਼ਾਹੋ ਪ੍ਰਸੰਨ ਬਾਤ ਲੈ ਮਾਨ, ਵੀ ਜਦੋਂ ਜਹਾਂਗੀਰ ਬਾਦਸ਼ਾਹ ਪ੍ਰਸੰਨ ਹੋਵੇ ਤੇ ਮੈਂ ਆਪਣੀ ਗੱਲ ਰੱਖਾਂ ਤੇ ਉਹ ਮੰਨ ਲਵੇ। ਕਰ ਫਰੇਬ ਅਵਕਾਸ਼ ਪਾਏ ਕਰ, ਤੁਰ ਕੇ ਸ਼ੂਰ ਕੋ ਕੀ ਨਵਖਾਣ। ਕਹਿੰਦੇ ਨੇ ਫਰੇਬ ਕਰਕੇ, ਛਲ ਵੱਲ ਕਰਕੇ, ਕਿਉਂਕਿ ਜੇ ਸਿੱਧੇ ਤੌਰ ਤੇ ਕਹਿੰਦਾ ਤੇ ਕਹਿ ਨਹੀਂ ਸਕਦਾ, ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਭਨਾਂ ਦਾ ਭਲਾ ਮੰਗਣ ਵਾਲੇ ਆ। ਗੁਰੂ ਪਾਤਸ਼ਾਹ ਗੁਰੂ ਦਾ ਦਰ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ ਤੇ ਨਾ ਮਾੜਾ ਮੰਗਦਾ ਹੈ। ਨਾ ਇੱਥੇ ਮਾੜੇ ਮੰਗਣ, ਮਾੜੀ ਸੋਚ ਰੱਖ ਕੇ ਆਉਣ ਵਾਲਿਆਂ ਦੀ ਮੰਗ ਪੂਰੀ ਹੁੰਦੀ ਆ, ਤੇ ਨਾ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਨੂੰ ਕਿਸੇ ਦਾ ਬੁਰਾ ਕਰਨਾ, ਕਿਸੇ ਦਾ ਮਾੜਾ ਕਰਨਾ ਸਿਖਾਉਂਦੇ ਆ, ਕਿਉਂਕਿ ਸਤਿਗੁਰੂ ਤਾਂ ਸਭਨਾਂ ਨੂੰ ਭਲਾ ਕਰਨਾ ਹੀ ਸਿਖਾਉਂਦੇ ਆ। ਬੁਰੇ ਦਾ ਵੀ ਭਲਾ ਕਰਨਾ ਸਿਖਾਇਆ ਜਾਂਦਾ ਹੈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਇਹ ਸਿੱਖਿਆਵਾਂ ਮਿਲਦੀਆਂ ਗੁਰੂ ਪਾਤਸ਼ਾਹ ਦੇ ਦਰ ਤੋਂ। ਹੁਣ ਇਹ ਛਲ ਫਰੇਬ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਤੁਰਕੇਸ਼ਰ ਕੋਲੋਂ ਆਪਣੀ ਗੱਲ ਚੰਦੂ ਮਨਵਾਉਣਾ ਚਾਹੁੰਦਾ ਹੈ। ਸੁਣੋ ਰਹੇ ਬਹੁ ਦਿੱਲੀ ਸਮੋ, ਬਿਤਾਇਓ ਬਸੇ ਮਾਨ। ਇੱਕ ਦਿਨ ਫਿਰ ਇਹਨੂੰ ਮੌਕਾ ਮਿਲ ਗਿਆ, ਇੱਕ ਦਿਨ ਦੇਖਿਆ ਵੀ ਬਾਦਸ਼ਾਹ ਅੱਜ ਖੁਸ਼ ਆ, ਗੱਲ ਕਰ ਲਈਏ। ਉਹਨੂੰ ਮੌਕਾ ਮਿਲ ਗਿਆ, ਕਹਿਣ ਲੱਗਾ ਬਾਦਸ਼ਾਹ ਸਲਾਮਤ, ਸੁਣੋ ਮੇਰੀ ਗੱਲ ਸੁਣੋ, ਵੀ ਦਿੱਲੀ 'ਚ ਰਹਿੰਦੇ ਆ ਤੁਹਾਨੂੰ ਬੜਾ ਸਮਾਂ ਹੋ ਗਿਆ, ਬਹੁਤ ਸਮਾਂ ਹੋ ਗਿਆ, ਕਦੀ ਤੁਸੀਂ ਦਿੱਲੀ ਤੋਂ ਬਾਹਰ ਗਏ ਨਹੀਂ ਹੋ। ਫਿਰਨੋ ਦੇਸ਼ ਅਸ਼ੇਸ਼ ਆਪਣੇ ਸੁਧ, ਕੋਲਿਓ ਪਾਣ ਜਹਾਨ। ਇਹ ਜਹਾਂ ਪਨਾ
ਤੁਹਾਨੂੰ ਸਾਰੇ ਪਾਸੇ ਵਿਚਰਨਾ ਚਾਹੀਦਾ ਹੈ, ਤੁਹਾਨੂੰ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਚਾਹੀਦਾ ਹੈ, ਸੁੱਧ ਮਨੇ ਖਬਰ, ਤਾਂ ਕਿ ਸਾਰੇ ਪਾਸੇ ਦੀ ਤੁਹਾਨੂੰ ਖਬਰ ਰਵੇ। ਬਹੁਤ ਸਮਾਂ ਹੋ ਗਿਆ ਤੁਹਾਨੂੰ ਦਿੱਲੀ ਦੇ ਵਿੱਚ ਰਹਿੰਦੇ ਆ, ਹੁਣ ਥੋੜਾ ਬਾਹਰ ਨਿਕਲੋ ਤੇ ਆਸ-ਪਾਸ ਦੀ ਤੁਹਾਨੂੰ ਖਬਰ ਹੋਵੇ। ਤੁਸੀਂ ਜਹਾਂ ਪਨਾ ਬਾਦਸ਼ਾਹ ਹੋ, ਦਿੱਲੀ ਦੇ ਤਖਤ ਤੇ ਬੈਠੇ ਹੋਏ, ਤੁਹਾਨੂੰ ਜਾ ਕੇ ਸੁੱਧ ਲੈਣੀ ਚਾਹੀਦੀ ਹੈ। ਬੜੇ ਤੁਮਾਰੇ ਵਿਚਰਤ ਜਿਤ ਕਿਤ ਗਰਮੀ ਸਮੈ ਕਮੈ ਕਸ਼ਮੀਰ। ਕਹਿੰਦੇ ਤੁਹਾਡੇ ਜਿਹੜੇ ਵੱਡੇ ਹੋਏ ਨੇ, ਪਹਿਲਾਂ ਤੁਹਾਡੇ ਤੋਂ ਹੋਏ ਨੇ, ਉਹ ਵਿਚਰਦੇ ਰਹਿੰਦੇ ਸੀ ਤੇ ਗਰਮੀ ਦੇ ਦਿਨਾਂ 'ਚ ਕਸ਼ਮੀਰ ਵੀ ਚਲੇ ਜਾਂਦੇ ਸਨ। ਕੇਸਰ ਕੋਰ ਬਿਲਾਸੈ ਬੇਗਮ ਅਤਰ ਗੁਲਾਬ ਉਡਾਏ ਅਮੀਰ। ਜਾਂ ਸਿੱਧੇ ਤੌਰ ਤੇ ਇੱਕ ਲਫ਼ਜ਼ ਕਹਿ ਦਿਆਂ, ਰੰਗ ਰਲੀਆਂ ਮੰਨਣਾ, ਕਿ ਜਿਹੜੇ ਜਾਂਦੇ ਆ, ਕਿਉਂਕਿ ਬਾਬਾ ਫਰੀਦ ਸਾਹਿਬ ਨੇ ਵੀ ਕਿਤੇ ਕਿਹਾ ਹੈ ਕਿ ਇਹ ਮਨ ਇਹ ਤਨ ਤੇ ਬੜੇ ਪਾ ਗਿਆ, ਹਜੇ ਵੀ ਤੂੰ ਰੰਗ ਰਲੀਆਂ ਮੰਨਣਾ ਚਾਹੁੰਦਾ, ਹੁਣ ਤਾਂ ਛੱਡ ਦੇ, ਕਿਤੇ ਉਸ ਰੱਬ ਦੀ ਬੰਦਗੀ ਕਰ ਲੈ, ਜੀਵਨ ਲਿਖੇ ਲੱਗ ਜਾਏ। ਹੁਣ ਕਹਿਣ ਲੱਗੇ ਪਹਿਲਾਂ ਤੁਹਾਡੇ ਤੋਂ ਜਿਹੜੇ ਹੋਏ ਨੇ ਉਹ ਵੀ ਕਸ਼ਮੀਰ ਜਾਂਦੇ ਰਹੇ ਆ, ਉੱਥੋਂ ਦੇ ਰੰਗ ਮੰਨਦੇ ਰਹੇ ਆ, ਤੇ ਤੁਹਾਨੂੰ ਵੀ ਇੱਥੋਂ ਜਿਹੜਾ ਚੱਲਣਾ ਚਾਹੀਦਾ ਹੈ। ਕਰੈ ਸੈਲ ਮਗ ਸੈਲਣ ਕੇਰੀ ਜਹਾਂ ਨ ਕਰਤੀ ਤਪਤ ਅਧੀਰ। ਤੁਹਾਨੂੰ ਪਹਾੜਾਂ ਦੀ ਸੈਰ ਕਰਨੀ ਚਾਹੀਦੀ ਹੈ, ਜਿੱਥੇ ਗਰਮੀ ਮਹਿਸੂਸ ਨਹੀਂ ਹੁੰਦੀ ਹੈ। ਤਨ ਮੇ ਬਣ ਕੇ ਬਿਟਪਣ ਦੇਖਤ ਮਨ ਪਾਕਤ ਪੈਰਤ ਬਲਚੀਰ। ਔਰ ਜਿਹੜੇ ਕਸ਼ਮੀਰ ਦੇ ਫਲ ਨੇ ਉਹ ਵੀ ਬੜੇ ਗੁਣਕਾਰੀ ਹੁੰਦੇ ਆ, ਉੱਥੋਂ ਦੇ ਜਿਹੜੇ ਫਲ ਨੇ, ਫਰੂਟ ਨੇ, ਉਹ ਤੁਹਾਨੂੰ ਖਾਣੇ ਚਾਹੀਦੇ ਆ। ਹੁਣ ਜਾਣਾ ਕਿੱਥੇ ਆ? ਕਸ਼ਮੀਰ, ਪਰ ਜਾਣਾ ਲਾਹੌਰ ਤੋਂ ਹੈ, ਲਾਹੌਰ ਹੋ ਕੇ ਫਿਰ ਕਸ਼ਮੀਰ ਨੂੰ ਜਾਣਾ, ਪਰ ਇਹ ਲੈ ਕੇ ਤੇ ਲਾਹੌਰ ਹੀ ਜਾਣਾ ਚਾਹੁੰਦਾ ਹੈ। ਇੱਕ ਤਰ੍ਹਾਂ ਲਾਹੌਰ ਆ ਜਾਏ, ਉਸ ਤੋਂ ਬਾਅਦ ਕਸ਼ਮੀਰ ਜਿੱਥੇ ਮਰਜ਼ੀ ਚਲਾ ਜਾਏ। ਮੈਂ ਆਪਣੇ ਵੱਲੋਂ ਇੱਕ ਵਾਰੀ ਹੁਕਮ ਜਾਰੀ ਕਰਵਾ ਲੈਣਾ, ਤੇ ਮੈਂ ਵੇਖਾਂਗਾ ਤੇ ਗੁਰੂ ਅਰਜਨ ਦੇਵ ਜੀ ਬਸ ਇੱਕ ਵਾਰੀ ਹੁਕਮ ਜਾਰੀ ਕਰਵਾ ਲਾਂ। ਹੁਣ ਉਹ ਕਹਿ ਰਹੇ ਵੀ ਤੁਹਾਨੂੰ ਕਸ਼ਮੀਰ ਜਾਣਾ ਚਾਹੀਦਾ ਹੈ, ਉੱਥੋਂ ਦਾ ਮੌਸਮ ਬੜਾ ਵਧੀਆ ਹੈ, ਤੁਹਾਨੂੰ ਇਹ ਗਰਮੀ ਦੇ ਮੌਸਮ ਦੇ ਵਿੱਚ ਉੱਥੇ ਜਾ ਕੇ ਠੰਡਕ ਲੈਣੀ ਚਾਹੀਦੀ ਹੈ, ਉੱਥੋਂ ਦੇ ਫਲ ਫਰੂਟ ਖਾਣੇ ਚਾਹੀਦੇ ਹਨ। ਜਿਮ ਇੱਕ ਥਲ ਜਲ ਰੋਕਿਓ ਬਿਗਰੈ ਤਿਮ ਤੁਮਰੋ ਇੱਕ ਥਲ ਮੈਂ ਬਾਸ। ਪਤਾ ਕੀ ਕਹਿੰਦਾ, ਜਿਵੇਂ ਪਾਣੀ ਇੱਕ ਜਗ੍ਹਾ ਖਲੋਤਾ ਰਵੇ ਤੇ ਉਹਦੇ ਚੋਂ ਬਦਬੂ ਆਉਣ ਲੱਗ ਜਾਂਦੀ ਹੈ, ਜਾਲੇ ਪੈਦਾ ਹੋ ਜਾਂਦੇ ਆ, ਜੇ ਤੁਸੀਂ ਵੀ ਇੱਕ ਥਾਂ ਟਿਕੇ ਰਹੋਗੇ ਤੁਹਾਡੇ ਤਨ ਨੂੰ ਰੋਗ ਲੱਗ ਜਾਣਗੇ। ਡਰਾ ਵੀ ਦਿੱਤਾ ਇੱਕ, ਇਸ ਤਰ੍ਹਾਂ ਇਹ ਕਹਿ ਰਿਹਾ ਹੈ। ਤੇਜ ਹੀਨ ਹੋਏ ਤਰਾਸਤ ਨੈਨਰ ਨਹੀਂ ਪ੍ਰਤਾਪ ਵਿਸਾਲ ਪ੍ਰਕਾਸ਼। ਫਿਰ ਤੁਹਾਡਾ ਤੇਜ ਪ੍ਰਤਾਪ ਵੀ ਚਲਾ ਜਾਏਗਾ, ਤੁਸੀਂ ਸਰੀਰ ਕਰਕੇ ਵੀ ਕਈ ਰੋਗ ਤੁਹਾਨੂੰ ਲੱਗ ਜਾਣਗੇ। ਇਸ ਲਈ ਜਹਾਂ ਪਨਾ ਮੇਰੀ ਗੱਲ ਮੰਨੋ, ਤੁਹਾਨੂੰ ਜਾਣਾ ਚਾਹੀਦਾ ਹੈ। ਅਬ ਸੁਰਿਆ ਕੀ ਚੰਡ ਕਿਰਨ ਪੀ ਏਟਾ ਹੋਵੇ ਤਪਤਾ ਵਾਸ। ਇਸ ਵਾਸਤੇ ਇਹ ਸੂਰਜ ਦੀ ਕਿਰਨ ਵੀ ਬੜੀ ਤੇਜ਼ ਹੈ, ਗਰਮੀ ਵੀ ਬਹੁਤ ਹੈ, ਤੁਹਾਨੂੰ ਇਹਦੇ ਵਿੱਚੋਂ ਨਿਕਲ ਕੇ ਠੰਡੀਆਂ ਥਾਵਾਂ ਤੇ ਜਾ ਕੇ ਕੁਝ ਸਮਾਂ ਕੱਟਣਾ ਚਾਹੀਦਾ। ਹੁਣ ਉਹ ਸੁਣ ਰਿਹਾ ਹੈ, ਸੁਣ ਕੇ ਅੱਗੋਂ ਕੀ ਜਵਾਬ ਮਿਲਦਾ ਹੈ ਉਹ ਆਪਾਂ ਅਗਲੇਰੇ ਪ੍ਰਸੰਗ ਦੇ ਵਿੱਚ ਸਰਵਣ ਕਰਾਂਗੇ, ਸਮਝਣ ਦਾ ਯਤਨ ਕਰਾਂਗੇ। ਅਰਦਾਸ ਕਰੋ ਗੁਰੂ ਸਾਹਿਬ ਜੀ, ਸਾਡੇ ਤੇ ਇੰਨਾ ਕੁ ਮਿਹਰ ਦਾ ਹੱਥ ਰੱਖੋ ਕਿ ਮਾੜੀ ਸੰਗਤ ਨਾ ਮਿਲੇ, ਮਾੜਾ ਸੰਗ ਨਾ ਮਿਲੇ, ਤੇ ਮਾੜੀ ਕਮਾਈ ਨਾ ਅਸੀਂ ਕਰੀਏ। ਅਸੀਂ ਚੰਗਾ ਜੀਵਨ ਬਣਾ ਕੇ ਚੰਗੇ ਰਾਹ ਚੱਲਦੇ ਹਾਂ, ਚੰਗੀ ਸੰਗਤ ਕਰਕੇ ਆਪਣਾ ਜੀਵਨ ਲਿਖੇ ਲਾਉਣਾ ਚਾਹੁੰਦੇ ਹਾਂ। ਕਿਤੇ ਤੁਹਾਡੇ ਦਰ ਤੇ ਆਉਂਦੇ ਆਉਂਦੇ ਸਾਡੇ ਅੰਦਰ ਵੀ ਭਗਤੀ ਦਾ ਜਾਗ ਲੱਗ ਜਾਏ। ਸਾਡੇ ਤੁਹਾਡੇ ਦਰ ਤੇ ਆਉਣ ਤੇ ਐਸੀ ਕਿਰਪਾ ਸਾਡੇ ਤੇ ਕਰ ਦਿਓ। ਆਪਣੀ ਭਗਤੀ ਲਾਏ, 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 ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ। ਹਰਿਆ ਤਉ ਸ਼ਰਨਾਏ, ਹਰਿਆ ਤਉ ਸ਼ਰਨਾਏ, ਪਰਿਆ ਤਉ ਸਰਨਾਏ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਗੁਰੂ ਪਾਤਸ਼ਾਹ ਜੀ ਮਹਿਰਮਤ ਕਰਨ। ਇਸੇ ਤਰ੍ਹਾਂ ਸਾਨੂੰ ਤੁਹਾਨੂੰ ਆਪਣੇ ਦਰ ਘਰ ਨਾਲ ਜੋੜੀ ਰੱਖਣ, ਬਾਣੀ ਬਾਣੀ ਦੇ ਨਾਲ ਜੁੜੀਏ, ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਦਰ ਗੁਰੂ ਘਰ ਨਾਲ ਜੋੜੀਏ, ਤਾਂ ਕਿ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਅੱਗੇ ਤੋਂ ਮਿਹਰ ਦਾ ਹੱਥ ਰੱਖਣ, ਸਭਨਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।